ਨੈਕਸਟ ਹੈ ਪਲੂਰਲਸ। ਵੀ ਸਾਨੂੰ ਜੋ ਹੈ ਕੁਝ ਵਰਡਸ ਦਿੱਤੇ ਗਏ ਹੈ, ਉਹਨਾਂ ਦੇ ਪਲੂਰਲਸ ਬਣਾਉਣੇ ਹੈ। ਵੀ ਸਾਨੂੰ ਇੱਕ ਵਚਨ ਤੋਂ ਸਾਨੂੰ ਜੋ ਹੈ ਬਹੁਵਚਨ ਕਰਨਾ ਹੈ। ਮੀਨਸ ਵੀ ਸਾਨੂੰ ਜੋ ਹੈ ਕੋਈ ਇੱਕ ਚੀਜ਼ ਦਿੱਤੀ ਗਈ ਹੈ ਤੇ ਸਾਨੂੰ ਉਹਨਾਂ ਤੋਂ ਜੋ ਹੈ ਕਈ ਸਾਰੀ ਚੀਜ਼ਾਂ ਦਾ ਜੋ ਵਰਡ ਹੈ ਉਹ ਜੋ ਹੈ ਲਿਖਣਾ ਹੈ। ਤੇ ਇਹਦੇ ਵਾਸਤੇ ਇਹਨਾਂ ਨੇ ਕਿਹਾ ਹੈ ਵੀ ਅਸੀਂ ਜੋ ਪਲੂਰਲ ਬਣਾਉਣਾ ਹੈ ਉਹ ਜੋ ਹੈ ਐਸ ਲਗਾ ਕੇ ਜੋ ਹੈ ਬਣਾਉਣਾ ਹੈ। ਇਹਨਾਂ ਨੇ ਲਿਖਿਆ ਹੈ ਰਾਈਟ ਪਲੂਰਲਸ ਬਾਈ ਐਡਿੰਗ ਐਸ ਟੂ ਦਾ ਫੋਲੋਇੰਗ ਨਾउन्स। ਸਾਨੂੰ ਨਾउन्स ਦਿੱਤੇ ਗਏ ਹੈ, ਜਿਵੇਂ ਕੈਰਟ ਹੋ ਗਿਆ, ਬਾਉਲ ਹੋ ਗਿਆ, ਬਰਡ ਹੋ ਗਿਆ, ਜਗ, ਮੰਕੀ, ਸਟੂਲ। ਇਹਨਾਂ ਸਾਰਿਆਂ ਨੂੰ ਸਾਨੂੰ ਜੋ ਹੈ ਐਸ ਲਗਾ ਕੇ ਜੋ ਹੈ ਉਹ ਪਲੂਰਲਸ ਬਣਾਉਣਾ ਹੈ। ਕੈਰਟ ਹੈ ਤਾਂ ਅਗਰ ਅਸੀਂ ਐਸ ਲਗਾਵਾਂਗੇ ਇਹ ਬਣ ਜਾਏਗਾ ਕੈਰਟਸ। ਕੈਰਟ ਹੋ ਗਿਆ ਇੱਕ ਗਾਜਰ ਤੇ ਕੈਰਟਸ ਹੋ ਗਿਆ ਕਈ ਸਾਰੀ ਗਾਜਰਾਂ। ਕੈਰਟ ਯਾਨੀ ਕਿ ਇੱਕ ਗਾਜਰ ਤੇ ਕੈਰਟਸ ਯਾਨੀ ਕਿ ਕਈ ਸਾਰੀ ਗਾਜਰਾਂ। ਹਾਂਜੀ, ਅਗਲਾ ਹੈ ਬਾਉਲ। ਬਾਉਲ ਯਾਨੀ ਕਿ ਇੱਕ ਪਿਆਲਾ ਵੀ ਕਹਿ ਸਕਦੇ ਹਾਂ, ਇੱਕ ਕਟੋਰਾ ਵੀ ਕਹਿ ਸਕਦੇ ਹਾਂ। ਤੇ ਇਸ ਦਾ ਜੋ ਪਲੂਰਲ ਹੈ ਐਸ ਲਗਾ ਕੇ ਉਹ ਹੈ ਬਾਉਲਸ, ਯਾਨੀ ਕਿ ਕਈ ਸਾਰੇ ਪਿਆਲੇ, ਕਈ ਸਾਰੇ ਕਟੋਰੇ। ਨੈਕਸਟ ਹੈ ਬਰਡ। ਵੀ ਇੱਕ ਪੰਛੀ ਹੈ ਤੇ ਅਸੀਂ ਪਲੂਰਲ ਇਹਦਾ ਬਣਾਉਣਾ ਹੈ ਐਸ ਲਗਾ ਕੇ, ਉਹ ਹੋਏਗਾ ਬਰਡਸ। ਵੀ ਕਈ ਸਾਰੇ ਪੰਛੀ, ਕਈ ਸਾਰੀ ਪੰਛੀ ਨੇ। ਇੱਦਾਂ ਹੀ ਜਗ ਹੈ, ਵੀ ਇੱਕ ਜਗ ਹੈ ਤੇ ਐਸ ਲਗਾ ਕੇ ਪਲੂਰਲ ਹੈ ਜਗਸ, ਵੀ ਕਈ ਸਾਰੇ ਜਗ ਨੇ। ਮੰਕੀ ਯਾਨੀ ਕਿ ਇੱਕ ਜੋ ਹੈ ਬੰਦਰ ਹੈ ਤੇ ਮੰਕੀਜ਼ ਯਾਨੀ ਕਿ ਕਈ ਸਾਰੇ ਬੰਦਰ ਨੇ। ਸਟੂਲ ਯਾਨੀ ਕਿ ਜਿਸ 'ਤੇ ਅਸੀਂ ਜੋ ਹੈ ਬੈਠਦੇ ਹੁੰਦੇ ਹਾਂ, ਠੀਕ ਹੈ। ਮੇਜ਼ ਕਹਿ ਸਕਦੇ ਹੋ ਤੁਸੀਂ, ਟੇਬਲ ਕਹਿ ਸਕਦੇ ਹੋ ਸਟੂਲ ਨੂੰ। ਤੇ ਸਟੂਲਸ ਯਾਨੀ ਕਿ ਕਈ ਸਾਰੇ ਮੇਜ਼ ਹੋ ਗਏ, ਕਈ ਸਾਰੇ ਜੋ ਹੈ ਟੇਬਲ ਹੋ ਗਏ। ਹਾਂਜੀ, ਤਾਂ ਇਹ ਜੋ ਹੈ ਨਾउन्स ਸੀ ਸਾਡੇ ਕੋਲ। ਇਹਨਾਂ ਨੂੰ ਅਸੀਂ ਐਸ ਲਗਾ ਕੇ ਜੋ ਹੈ ਇਹਨਾਂ ਦਾ ਪਲੂਰਲ ਜੋ ਹੈ ਅਸੀਂ ਵਰਡ ਜੋ ਹੈ ਕਨਵਰਟ ਕੀਤਾ ਹੈ। ਕੈਰਟ ਦਾ ਕੈਰਟਸ ਹੋ ਗਿਆ, ਬਾਉਲ ਦਾ ਬਾਉਲਸ ਹੋ ਗਿਆ, ਬਰਡ ਦਾ ਬਰਡਸ ਹੋ ਗਿਆ, ਜਗ ਜਗਸ, ਮੰਕੀ ਮੰਕੀਜ਼, ਸਟੂਲ ਸਟੂਲਸ। ਇਸ ਤੋਂ ਅੱਗੇ ਕਹਿ ਰਿਹਾ ਹੈ ਵੀ ਰਾਈਟ ਪਲੂਰਲਸ ਬਾਈ ਐਡਿੰਗ ਈ ਐਸ ਟੂ ਦਾ ਫੋਲੋਇੰਗ ਨਾउन्स। ਵੀ ਸਾਨੂੰ ਜੋ ਹੈ ਜੋ ਨੀਚੇ ਨਾउन्स ਦਿੱਤੇ ਗਏ ਨੇ, ਜਿਵੇਂ ਬਾਕਸ ਹੋ ਗਿਆ, ਮੈਚ ਹੋ ਗਿਆ, ਗਲਾਸ, ਬਰਸ਼, ਟੋਮੈਟੋ, ਇਹਨਾਂ ਸਾਰਿਆਂ ਨੂੰ ਈ ਐਸ ਲਗਾ ਕੇ ਜੋ ਹੈ ਇਹਨਾਂ ਨਾउन्स ਨੂੰ ਸਾਨੂੰ ਜੋ ਹੈ ਉਹ ਪਲੂਰਲਸ ਬਣਾਉਣਾ ਹੈ। ਦੇਖੋ ਇੱਥੇ ਤੁਸੀਂ ਇੱਕ ਗੱਲ ਯਾਦ ਰੱਖਣੀ ਹੈ, ਜਿਵੇਂ ਜੋ ਬਾਕਸ ਹੈ, ਠੀਕ ਹੈ, ਜੋ ਬਾਕਸ ਹੈ ਉਹ ਐਂਡ ਹੋ ਰਿਹਾ ਹੈ ਐਕਸ ਦੇ ਉੱਪਰ। ਇੱਦਾਂ ਹੀ ਜੋ ਮੈਚ ਹੈ ਉਸਦੇ ਜੋ ਲਾਸਟ ਦੋ ਲੈਟਰਸ ਨੇ, ਜਿਹੜੇ ਲਾਸਟ ਵਾਲੇ ਦੋ ਅਲਫਾਬੈਟਸ ਨੇ ਉਹ ਹੈਗੇ ਨੇ CH। ਇੱਦਾਂ ਹੀ ਜੋ ਗਲਾਸ ਹੈ, ਗਲਾਸ ਐਂਡ ਹੋ ਰਿਹਾ ਹੈ ਡਬਲ ਐਸ ਕਹਿ ਸਕਦੇ ਹੋ ਜਾਂ ਐਸ 'ਤੇ ਕਹਿ ਸਕਦੇ ਹੋ। ਤੇ ਜੋ ਬਰਸ਼ ਹੈ ਉਸ ਦੇ ਵਿੱਚ SH ਆ ਰਿਹਾ ਹੈ ਲਾਸਟ ਦੇ ਜਿਹੜੇ ਦੋ ਲੈਟਰਸ ਨੇ। ਇੱਦਾਂ ਹੀ ਜੋ ਟੋਮੈਟੋ ਹੈ ਉਸ ਦੇ ਵਿੱਚ ਲਾਸਟ ਦੇ ਵਿੱਚ ਜੋ ਅਲਫਾਬੈਟ ਹੈ, ਜੋ ਲੈਟਰ ਹੈ ਉਹ ਹੈ O। ਤਾਂ ਤੁਸੀਂ ਇੱਥੇ ਯਾਦ ਰੱਖਣਾ ਹੈ ਇੱਕ ਰੂਲ, ਵੀ ਅਗਰ ਕੁਝ ਇੱਕ ਵਰਡਸ ਇੱਦਾਂ ਦੇ ਨੇ ਜਿਹੜੇ ਐਕਸ ਦੇ ਉੱਪਰ, CH ਦੇ ਉੱਪਰ ਜਾਂ ਡਬਲ ਐਸ ਜਾਂ ਐਸ ਦੇ ਉੱਪਰ ਜਾਂ SH ਦੇ ਉੱਪਰ ਤੇ O ਦੇ ਉੱਪਰ ਐਂਡ ਹੋ ਰਹੇ ਨੇ, ਵੀ ਉਹਨਾਂ ਦੇ ਅਖੀਰ ਦੇ ਵਿੱਚ ਜੋ ਹੈ ਐਕਸ ਆ ਰਿਹਾ ਹੈ, CH ਆ ਰਿਹਾ ਹੈ, ਡਬਲ ਐਸ ਆ ਰਿਹਾ ਹੈ, SH ਆ ਰਿਹਾ ਹੈ ਜਾਂ O ਆ ਰਿਹਾ ਹੈ, ਤਾਂ ਅਸੀਂ ਜੋ ਹੈ ਉਹਨਾਂ ਦੇ ਨਾਲ ਅਸੀਂ ES ਲਗਾਉਂਦੇ ਹੁੰਦੇ ਹਾਂ ਉਹਨਾਂ ਨੂੰ ਪਲੂਰਲਸ ਦੇ ਵਿੱਚ ਕਨਵਰਟ ਕਰਨ ਵਾਸਤੇ। ਤਾਂ ਇਹ ਜੋ ਹੈ ਤੁਸੀਂ ਯਾਦ ਰੱਖਣਾ ਹੈ ਇੱਕ ਰੂਲ, ਵੀ ਅਗਰ ਕੋਈ ਵਰਡ ਇੱਦਾਂ ਦੇ ਨੇ ਜੋ ਐਕਸ ਦੇ ਉੱਪਰ CH, S, SH ਤੇ O ਦੇ ਉੱਪਰ ਖਤਮ ਹੁੰਦੇ ਨੇ, ਐਂਡ ਹੁੰਦੇ ਨੇ, ਤਾਂ ਅਸੀਂ ਅਗਰ ਉਹਨਾਂ ਨੂੰ ਪਲੂਰਲ ਦੇ ਵਿੱਚ ਕਨਵਰਟ ਕਰਨਾ ਹੈ ਤਾਂ ਉਸ ਦਾ ਜੋ ਇੱਕ ਫਾਰਮੂਲਾ ਹੈ ਜਾਂ ਇੱਕ ਇੱਦਾਂ ਕਹਿ ਸਕਦੇ ਹਾਂ ਜੋ ਰੂਲ ਹੈ ਉਹ ਜੋ ਹੈ ਇਹ ਹੈ ਵੀ ਅਸੀਂ ਉਸ ਵਰਡ ਦੇ ਨਾਲ, ਉਸ ਨਾउन ਦੇ ਨਾਲ ES ਲਗਾ ਦਿੰਦੇ ਹੁੰਦੇ ਹਾਂ। ਇੱਥੇ ਤੁਸੀਂ ਦੇਖ ਸਕਦੇ ਹੋ ਬਾਕਸ ਦੇ ਨਾਲ ਅਸੀਂ ES ਲਗਾਇਆ ਹੈ ਉਸ ਨੂੰ ਪਲੂਰਲ ਦੇ ਵਿੱਚ ਕਨਵਰਟ ਕਰਨ ਵਾਸਤੇ, ਉਹ ਹੋ ਗਿਆ ਬਾਕਸਿਸ। ਮੈਚ ਮੈਚਿਸ, ਗਲਾਸ ਗਲਾਸਿਸ, ਬਰਸ਼ ਬਰਸ਼ਿਸ, ਟੋਮੈਟੋ ਟੋਮੈਟੋਜ਼। ਹਾਂਜੀ, ਨੈਕਸਟ ਹੈ ਰਾਈਟ ਪਲੂਰਲਸ ਬਾਈ ਐਡਿੰਗ IES ਆਫਟਰ ਓਮਿਟਿੰਗ Y। ਇਹ ਜੋ ਵਰਡ ਆਇਆ ਹੈ ਓਮਿਟਿੰਗ,
ਓਮਿਟਿੰਗ ਹੁੰਦਾ ਹੈ, ਜਿਵੇਂ ਫੋਨ ਦੇ ਵਿੱਚ ਸਾਡੇ ਕੋਲ ਹੁੰਦਾ ਹੈ ਨਾ ਡਿਲੀਟ, ਠੀਕ ਹੈ। ਡਿਲੀਟ ਕਰਨ ਦਾ ਮੀਨਿੰਗ ਕੀ ਹੁੰਦਾ ਹੈ ਵੀ ਉਹ ਚੀਜ਼ ਜੋ ਹੈ ਹਟਾ ਦਿੱਤੀ ਜਾਂਦੀ ਹੈ, ਯਾਨੀ ਕਿ ਉਸ ਨੂੰ ਜੋ ਹੈ ਕੱਟ ਕਰ ਦਿੱਤਾ ਜਾਂਦਾ ਹੈ, ਉਹ ਚੀਜ਼ ਜੋ ਹੈ ਖਤਮ ਹੋ ਜਾਂਦੀ ਹੈ। ਓਮਿਟਿੰਗ ਦਾ ਮਤਲਬ ਹੁੰਦਾ ਹੈ ਇੱਕ ਤਰ੍ਹਾਂ ਦਾ ਡਿਲੀਟ ਕਰਨਾ, ਇੱਕ ਤਰ੍ਹਾਂ ਦਾ ਕੱਟ ਕਰ ਦੇਣਾ। ਤੇ ਇੱਥੇ ਕਿਸ ਚੀਜ਼ ਨੂੰ ਓਮਿਟਿੰਗ ਕਰਨ ਵਾਸਤੇ ਕਿਹਾ ਗਿਆ ਹੈ? ਵਾਈ ਨੂੰ। ਵੀ ਅਸੀਂ ਵਾਈ ਨੂੰ ਹਟਾ ਕੇ IES ਇਹ ਜੋ ਹੈ ਲਗਾਉਣਾ ਹੈ ਤੇ ਪਲੂਰਲਸ ਦੇ ਵਿੱਚ ਜੋ ਹੈ ਕਨਵਰਟ ਕਰਨਾ ਹੈ। ਹੁਣ ਕੁਐਸਚਨ ਇਹ ਆਉਂਦਾ ਹੈ ਵੀ ਇਹ ਸਾਨੂੰ ਕਿਵੇਂ ਪਤਾ ਚੱਲੇਗਾ ਵੀ IES ਕਿੱਥੇ ਲਗਾਉਣਾ ਹੈ ਤੇ ES ਕਿੱਥੇ ਲਗਾਉਣਾ ਹੈ ਤੇ S ਕਿੱਥੇ ਲਗਾਉਣਾ ਹੈ। ਦੇਖੋ Y ਤੋਂ ਪਹਿਲਾਂ, ਜਿਵੇਂ ਪਹਿਲਾ ਵਰਡ ਹੈ ਸਟੋਰੀ, ਸਟੋਰੀ ਦੇ ਵਿੱਚ ਜਿਹੜਾ Y ਆ ਰਿਹਾ ਹੈ, Y ਤੋਂ ਪਹਿਲਾਂ ਹੈ R, ਤੇ ਜੋ R ਹੈ ਉਹ ਵੋਵਲ ਨਹੀਂ ਹੈ। ਵੋਵਲ ਕਿਹੜੇ ਅਲਫਾਬੈਟਸ ਹੁੰਦੇ ਹੈ, ਲੈਟਰਸ ਹੁੰਦੇ ਹੈ, ਨੋਟ ਡਾਊਨ ਕਰ ਲਓ, ਵੈਸੇ ਤੁਹਾਨੂੰ ਪਹਿਲਾਂ ਵੀ ਪਤਾ ਹੋਣਾ ਹੈ। AEIOU ਇਹ 5 ਅਲਫਾਬੈਟਸ ਨੇ, 5 ਲੈਟਰਸ ਨੇ ਜੋ ਕਿ ਵੋਵਲਸ ਹੁੰਦੇ ਨੇ। AEIOU। ਅਗਰ Y ਤੋਂ ਪਹਿਲਾਂ ਕੋਈ ਵੋਵਲ ਨਹੀਂ ਹੈ, ਜਿਵੇਂ ਸਟੋਰੀ ਦੇ ਵਿੱਚ ਜਿਹੜਾ ਪਹਿਲਾ ਸਾਡੇ ਕੋਲ ਵਰਡ ਹੈ ਸਟੋਰੀ, ਇੱਥੇ Y ਤੋਂ ਪਹਿਲਾਂ R ਹੈ, R ਜੋ ਹੈ ਉਹ ਵੋਵਲ ਨਹੀਂ ਹੈ। ਤੇ ਜਿਹੜੇ ਅਲਫਾਬੈਟਸ ਵੋਵਲ ਨਹੀਂ ਹੁੰਦੇ ਨੇ, ਦੇਖੋ ਸਾਡੇ ਕੋਲ ਜੋ ਕੁੱਲ ਮਿਲਾ ਕੇ ਯਾਨੀ ਕਿ ਜੋ ਟੋਟਲ ਜੋ ਅਲਫਾਬੈਟਸ ਹੈ ਉਹ ਹੈ 26 ਯਾਨੀ ਕਿ 26। ਇਹਨਾਂ ਦੇ ਵਿੱਚੋਂ 5 ਵੋਵਲਸ ਹੈ AEIOU, ਤੇ 26 ਦੇ ਵਿੱਚੋਂ ਅਗਰ 5 ਵੋਵਲਸ ਅਗਰ ਅਸੀਂ ਕੱਢ ਦਿੰਦੇ ਹਾਂ, ਬਾਕੀ ਬਚਦੇ ਹੈ 21 ਯਾਨੀ ਕਿ 21। ਤੇ ਇਹ ਜਿਹੜੇ 21 ਹੈ ਯਾਨੀ ਕਿ 21 ਹੈ, ਇਹ ਸਾਰੇ ਜੋ ਹੈ ਇਹ ਕੌਨਸੋਨੈਂਟਸ ਹੁੰਦੇ ਨੇ, ਠੀਕ ਹੈ। ਇਹਨਾਂ ਨੂੰ ਅਸੀਂ ਕੌਨਸੋਨੈਂਟਸ ਕਹਿੰਦੇ ਹਾਂ। ਤੇ ਹੁਣ ਜਿਵੇਂ ਪਹਿਲਾ ਵਰਡ ਹੈ ਸਟੋਰੀ, ਇਹਦੇ ਵਿੱਚ Y ਤੋਂ ਪਹਿਲਾਂ ਜਿਹੜਾ ਆ ਰਿਹਾ ਹੈ ਲੈਫਟ ਸਾਈਡ ਤੇ ਕਹਿ ਸਕਦੇ ਹਾਂ ਅਸੀਂ, ਉਹ ਹੈ R। ਜਿਹੜਾ R ਹੈ ਉਹ ਜੋ ਹੈ ਇੱਕ ਕੌਨਸੋਨੈਂਟ ਹੈ। R ਇੱਕ ਕੌਨਸੋਨੈਂਟ ਹੈ, ਤੇ ਅਗਰ Y ਤੋਂ ਪਹਿਲਾਂ ਅਗਰ ਕੋਈ ਕੌਨਸੋਨੈਂਟ ਆ ਰਿਹਾ ਹੈ ਤਾਂ ਉਸ ਵਰਡ ਦੇ ਵਿੱਚ ਅਗਰ ਅਸੀਂ ਉਸ ਨੂੰ ਪਲੂਰਲ ਦੇ ਵਿੱਚ ਕਨਵਰਟ ਕਰਨਾ ਹੈ ਤਾਂ ਅਸੀਂ Y ਨੂੰ ਓਮਿਟ ਕਰਕੇ ਯਾਨੀ ਕਿ ਹਟਾ ਕੇ IES ਲਗਾਵਾਂਗੇ। ਸਿੰਪਲ ਜਿਹਾ ਬਸ ਇਹ ਰੂਲ ਹੈ ਕਿ ਅਗਰ Y ਤੋਂ ਪਹਿਲਾਂ ਕੌਨਸੋਨੈਂਟ ਅਗਰ ਆ ਰਿਹਾ ਹੈ ਤਾਂ ਅਸੀਂ Y ਨੂੰ ਜੋ ਹੈ ਰਿਮੂਵ ਕਰਕੇ ਯਾਨੀ ਕਿ ਹਟਾ ਕੇ IES ਲਗਾਉਂਦੇ ਹੁੰਨੇ ਹਾਂ। ਸਟੋਰੀ ਦਾ ਬਣ ਜਾਏਗਾ Y ਨੂੰ ਹਟਾ ਕੇ IES ਸਟੋਰੀਜ਼। ਸਿਟੀ ਦਾ ਦੇਖੋ Y ਤੋਂ ਪਹਿਲਾਂ ਕੀ ਹੈ? T ਹੈ। ਹੁਣ ਜਿਹੜਾ T ਹੈ ਉਹ ਜੋ ਹੈ ਤੁਹਾਡਾ ਵੋਵਲ ਨਹੀਂ ਹੈ। ਵੋਵਲ ਕੀ ਹੁੰਦੇ ਹੈ? AEIOU, ਤੇ T ਜੋ ਹੈ ਉਹ ਵੋਵਲ ਨਹੀਂ ਹੈ, ਉਹ ਕੌਨਸੋਨੈਂਟ ਹੈ। ਤੇ Y ਨੂੰ ਹਟਾ ਕੇ ਸਿਟੀਜ਼। ਬੇਬੀ ਦੇ ਵਿੱਚ Y ਤੋਂ ਪਹਿਲਾਂ ਜੋ ਹੈ ਉਹ B ਹੈ, B ਵੀ ਜੋ ਹੈ ਉਹ ਵੋਵਲ ਨਹੀਂ ਹੈ, ਕੌਨਸੋਨੈਂਟ ਹੈ, ਤਾਂ Y ਨੂੰ ਹਟਾ ਕੇ ਬੇਬੀਜ਼। ਲੇਡੀ ਦੇ ਵਿੱਚ Y ਤੋਂ ਪਹਿਲਾਂ D ਹੈ, ਤਾਂ ਇਹ D ਵੀ ਜੋ ਹੈ ਉਹ ਕੌਨਸੋਨੈਂਟ ਹੈ, ਤਾਂ Y ਨੂੰ ਹਟਾ ਕੇ ਲੇਡੀਜ਼। ਫੈਮਿਲੀ ਦੇ ਵਿੱਚ Y ਤੋਂ ਪਹਿਲਾਂ L ਹੈ, ਇਹ ਵੀ ਜੋ ਹੈ ਕੌਨਸੋਨੈਂਟ ਹੈ, ਤਾਂ Y ਨੂੰ ਜੋ ਹੈ ਓਮਿਟ ਕਰਕੇ ਯਾਨੀ ਕਿ ਰਿਮੂਵ ਕਰਕੇ ਫੈਮਿਲੀਜ਼। ਨੈਕਸਟ ਹੈ ਰਾਈਟ ਪਲੂਰਲਸ ਬਾਈ ਚੇਂਜਿੰਗ ਦਾ ਵੋਵਲਸ। ਹੁਣ ਸਾਨੂੰ ਵੋਵਲਸ ਨੂੰ ਹੀ ਚੇਂਜ ਕਰਕੇ ਜੋ ਹੈ ਪਲੂਰਲ ਬਣਾਉਣਾ ਹੈ। ਦੇਖੋ ਲੈਫਟ ਸਾਈਡ ਤੇ ਸਾਡੇ ਕੋਲ ਹੈ ਮੈਨ, MAN। ਸਾਨੂੰ ਇਹਦਾ ਪਲੂਰਲ ਬਣਾਉਣਾ ਹੈ। ਜਿਹੜਾ ਇਹ MAN ਹੈ ਇਹ ਹੁੰਦਾ ਹੈ ਵੀ ਇੱਕ ਆਦਮੀ। MAN ਹੁੰਦਾ ਹੈ ਲੈਫਟ ਸਾਈਡ ਵਾਲਾ ਜਿਹੜਾ MAN ਹੈ ਉਹਦਾ ਮੀਨਿੰਗ ਹੈ ਇੱਕ ਆਦਮੀ। ਤੇ ਜਿਹੜਾ ਰਾਈਟ ਸਾਈਡ ਤੇ MEN ਹੈ ਇਹਦਾ ਮੀਨਿੰਗ ਹੁੰਦਾ ਹੈ ਕਈ ਸਾਰੇ ਆਦਮੀ। ਤਾਂ ਅਸੀਂ ਇੱਥੇ ਕੀਤਾ ਕੀ ਹੈ, ਦੇਖੋ M ਔਰ N ਇਹ ਤਾਂ ਕੌਨਸੋਨੈਂਟਸ ਨੇ, ਤੇ ਜਿਹੜਾ A ਹੈ ਮੈਂ ਪਹਿਲਾਂ ਵੀ ਦੱਸਿਆ ਹੈ ਵੋਵਲਸ ਕੀ ਨੇ? AEIOU। ਤਾਂ ਜਿਹੜਾ A ਹੈ ਉਹ ਜੋ ਹੈ ਵੋਵਲ ਹੈ, ਤਾਂ ਅਸੀਂ ਜੋ ਹੈ A ਨੂੰ ਰਿਪਲੇਸ ਕਰਨਾ ਹੈ E ਦੇ ਨਾਲ, ਦੂਜੇ ਵੋਵਲ ਦੇ ਨਾਲ, ਤੇ ਪਲੂਰਲ ਦੇ ਵਿੱਚ ਕਨਵਰਟ ਕਰ ਲੈਣਾ ਹੈ। MAN, ਇੱਥੇ ਜਿਹੜਾ M ਔਰ N ਦੇ ਵਿੱਚ ਵੋਵਲ ਆ ਰਿਹਾ ਹੈ A, ਇਸ ਨੂੰ ਅਸੀਂ ਦੂਜੇ ਵੋਵਲ ਦੇ ਵਿੱਚ ਯਾਨੀ ਕਿ E ਦੇ ਵਿੱਚ ਜੋ ਹੈ ਕਨਵਰਟ ਕਰਕੇ ਅਸੀਂ ਪਲੂਰਲ ਬਣਾਇਆ ਹੈ MEN, ਕਈ ਸਾਰੇ ਆਦਮੀ। ਹੁਣ ਇੱਦਾਂ ਹੀ ਵੂਮੈਨ ਹੈ,
ठीक है। वूमेन का मीनिंग होंदा है WOMAN, ਜਿਹੜਾ ਲੈਫਟ ਸਾਈਡ ਤੇ ਹੈ A ਵਾਲਾ। ਵੂਮਨ ਦਾ ਜੋ ਹੈ मीनिंग ਹੁੰਦਾ ਹੈ ਇੱਕ ਔਰਤ। ਤੇ ਅਗਰ ਅਸੀਂ ਗੱਲ ਕਰੀਏ WOMEN ਤਾਂ ਵੂਮੈਨ, ਇਹ ਜਿਹੜਾ ਹੈ E ਵਾਲਾ ਜਿਹੜਾ ਵੂਮੈਨ ਹੈ ਇਸ ਦਾ मीनिंग ਹੁੰਦਾ ਹੈ ਕਈ ਸਾਰੀ ਔਰਤਾਂ। ਤਾਂ ਇੱਥੇ ਅਸੀਂ ਵੇਖ ਸਕਦੇ ਹਾਂ ਵੀ ਲੈਫਟ ਸਾਈਡ ਤੇ ਜਿਹੜਾ ਵੂਮੈਨ ਆ ਰਿਹਾ ਸੀ A ਵਾਲਾ, ਠੀਕ ਹੈ, WOMAN, ਇਸ ਦਾ ਜਿਹੜਾ ਵੋਵਲ ਹੈ, ਜਿਹੜਾ A ਇਸ ਦੇ ਵਿੱਚ ਆ ਰਿਹਾ ਹੈ, ਉਸ ਨੂੰ ਅਸੀਂ E ਦੇ ਵਿੱਚ ਯਾਨੀ ਕਿ ਦੂਜੇ ਵੋਵਲ ਦੇ ਵਿੱਚ ਜੋ ਹੈ ਕਨਵਰਟ ਕਰਕੇ ਪਲੂਰਲ ਜੋ ਵਰਡ ਹੈ ਉਹ ਬਣਾ ਲਿਆ ਹੈ। ਆਈ ਹੋਪ ਕਿ ਤੁਹਾਨੂੰ ਸਮਝ ਆ ਰਿਹਾ ਹੋਣਾ ਹੈ। ਇੱਦਾਂ ਹੀ ਜੋ ਫੁੱਟ ਹੈ, ਠੀਕ ਹੈ, ਇਸ ਦਾ ਜੋ ਪਲੂਰਲ ਹੈ ਅਸੀਂ ਜੋ O ਹੈ, ਦੇਖੋ ਵੋਵਲ ਹੁੰਦੇ ਨੇ AEIOU, ਤਾਂ O ਵੀ ਜੋ ਹੈ ਉਹ ਇੱਕ ਵੋਵਲ ਹੈ। ਤੇ ਅਸੀਂ ਜੋ ਇਹ ਡਬਲ O ਆ ਰਿਹਾ ਹੈ ਫੁੱਟ ਦੇ ਵਿੱਚ, ਅਸੀਂ ਇਸ ਨੂੰ ਚੇਂਜ ਕਰਕੇ ਡਬਲ E ਦੇ ਵਿੱਚ ਕਨਵਰਟ ਕਰ ਲਿਆ ਹੈ। ਤਾਂ ਫੁੱਟ ਦਾ ਜੋ ਪਲੂਰਲ ਵਰਡ ਹੈ ਉਹ ਹੋਏਗਾ ਫੀਟ, ਠੀਕ ਹੈ। ਫੁੱਟ ਦਾ ਜੋ ਪਲੂਰਲ ਜੋ ਵਰਡ ਹੈ ਉਹ ਹੋਏਗਾ ਫੀਟ। ਇਸ ਦੇ ਵਿੱਚ ਅਸੀਂ ਇੱਕ ਵੋਵਲ ਯਾਨੀ ਕਿ ਜਿਹੜਾ ਡਬਲ O ਹੈ ਉਸ ਨੂੰ ਦੂਜੇ ਵੋਵਲ ਯਾਨੀ ਕਿ ਡਬਲ E ਦੇ ਵਿੱਚ ਕਨਵਰਟ ਕਰ ਰਹੇ ਹਾਂ। ਇੱਦਾਂ ਹੀ ਟੂਥ ਹੁੰਦਾ ਹੈ ਇੱਕ ਦੰਦ। ਤੇ ਅਗਰ ਅਸੀਂ ਇਸ ਦਾ ਪਲੂਰਲ ਬਣਾਉਣਾ ਹੈ ਤਾਂ ਜੋ ਡਬਲ O ਆਇਆ ਹੈ ਇਸ ਨੂੰ ਅਸੀਂ ਦੂਜੇ ਵੋਵਲ ਦੇ ਵਿੱਚ ਯਾਨੀ ਕਿ ਡਬਲ E ਦੇ ਵਿੱਚ ਕਨਵਰਟ ਕਰ ਦਾਂਗੇ, ਇਹ ਹੋ ਜਾਏਗਾ ਟੀਥ ਹੁੰਦਾ ਹੈ ਕਈ ਸਾਰੇ ਦੰਦ। ਮਾਊਸ ਯਾਨੀ ਕਿ ਇੱਕ ਚੂਹਾ। ਤੇ ਮਾਊਸ ਦੇ ਵਿੱਚ ਜੋ O ਆ ਰਿਹਾ ਹੈ, ਠੀਕ ਹੈ, ਇਹ ਜੋ ਹੈ ਇੱਕ ਵੋਵਲ ਹੈ। ਤੇ ਇਸ ਤੋਂ ਅਸੀਂ ਅਗਰ ਦੂਜਾ ਵੋਵਲ ਮਤਲਬ ਜੋ ਹੈ ਇਸ O ਨੂੰ ਕਨਵਰਟ ਕਰਨਾ ਹੈ ਦੂਜੇ ਵੋਵਲ ਦੇ ਵਿੱਚ, ਤਾਂ ਇੱਥੇ O ਜੋ ਹੈ ਉਹ ਕਨਵਰਟ ਹੋਏਗਾ I ਦੇ ਵਿੱਚ। ਤੇ ਪਲੂਰਲ ਜੋ ਵਰਡ ਹੈ ਉਹ ਬਣੇਗਾ ਮਾਈਸ। ਮਾਊਸ ਹੁੰਦਾ ਹੈ ਇੱਕ ਚੂਹਾ, ਮਾਈਸ ਹੁੰਦਾ ਹੈ ਕਈ ਸਾਰੇ ਚੂਹੇ। ਮਾਊਸ ਹੁੰਦਾ ਹੈ ਇੱਕ ਚੂਹਾ ਤੇ ਮਾਈਸ ਹੁੰਦਾ ਹੈ ਕਈ ਸਾਰੇ ਚੂਹੇ। ਤਾਂ ਇਹ ਜੋ ਹੈ ਪਲੂਰਲਸ ਹੈਗੇ ਸੀ ਜੋ ਕਿ ਅਸੀਂ ਵੋਵਲਸ ਨੂੰ ਚੇਂਜ ਕਰਕੇ ਬਣਾਏ ਨੇ, ਤਾਂ ਤੁਸੀਂ ਨੋਟ ਡਾਊਨ ਕਰ ਸਕਦੇ ਹੋ। ਨੈਕਸਟ ਹੈ ਆਰਟੀਕਲਸ। ਇਹ ਕਾਫੀ ਇੱਕ ਤਰ੍ਹਾਂ ਦਾ ਮੈਂ ਇਹ ਕਹਿ ਸਕਦਾ ਹਾਂ ਇੱਕ ਇੰਪੋਰਟੈਂਟ ਜੋ ਹੈ ਟੌਪਿਕ ਹੈ ਤੁਹਾਡੀ ਜੋ ਅੱਗੇ ਆਉਣ ਵਾਲੀ ਕਲਾਸਿਸ ਨੇ ਉਹਨਾਂ ਦੇ ਵਾਸਤੇ ਵੀ। ਤੇ ਇੰਗਲਿਸ਼ ਜੋ ਅਸੀਂ ਯੂਜ਼ ਕਰਦੇ ਹਾਂ ਉਸ ਦੇ ਪੁਆਇੰਟ ਆਫ ਵਿਊ ਦੇ ਵਿੱਚ ਇਹ ਜੋ ਟੌਪਿਕ ਹੈ ਇਹ ਕਾਫੀ ਇੰਪੋਰਟੈਂਟ ਹੈ। ਇਹ ਇੰਗਲਿਸ਼ ਜੋ ਅਸੀਂ ਸਪੀਕਿੰਗ ਦੇ ਵਿੱਚ ਵੀ ਯੂਜ਼ ਕਰਦੇ ਹਾਂ ਤਾਂ ਵੀ ਜੋ ਹੈ ਇਹਨਾਂ ਆਰਟੀਕਲਸ ਦਾ ਕਾਫੀ ਯੂਜ਼ ਹੈ। ਤਾਂ ਇੱਥੇ ਸਮਝ ਲੈਂਦੇ ਹਾਂ ਇਹ ਤਿੰਨ ਤਰ੍ਹਾਂ ਦੇ ਹੁੰਦੇ ਹੈ ਆਰਟੀਕਲਸ, ਏ, ਐਨ, ਦਾ। ਪਹਿਲਾ ਹੈ ਏ, ਦੂਜਾ ਹੈ ਐਨ ਤੇ ਤੀਜਾ ਹੈ ਦਾ। ਹੁਣ ਏ ਦਾ ਯੂਜ਼ ਕਿੱਥੇ ਕਰਨਾ ਹੈ ਆਰਟੀਕਲ ਦਾ, ਤੇ ਐਨ ਦਾ ਯੂਜ਼ ਕਿੱਥੇ ਕਰਨਾ ਹੈ, ਤੇ ਦਾ ਯੂਜ਼ ਕਿੱਥੇ ਕਰਨਾ ਹੈ, ਇਹ ਸਮਝ ਲੈਂਦੇ ਹਾਂ। ਹਾਂਜੀ, ਜਿਵੇਂ ਤੁਸੀਂ ਦੇਖ ਸਕਦੇ ਹੋ ਏ ਹੋਰਸ, ਏ ਡਰੈਸ, ਏ ਫਲਾਵਰ। ਹੁਣ ਹੋਰਸ ਜੋ ਵਰਡ ਹੈ ਇਹ ਸਟਾਰਟ ਹੁੰਦਾ ਹੈ ਐਸ਼ ਤੋਂ। ਇੱਦਾਂ ਹੀ ਜੋ ਡਰੈਸ ਹੈ ਉਹ ਸਟਾਰਟ ਹੁੰਦਾ ਹੈ ਡੀ ਤੋਂ। ਤੇ ਇੱਦਾਂ ਹੀ ਜੋ ਫਲਾਵਰ ਹੈ ਉਹ ਸਟਾਰਟ ਹੁੰਦਾ ਹੈ ਐਫ ਤੋਂ। ਇਹ ਸਾਰੇ ਵਰਡਸ ਕੌਨਸੋਨੈਂਟਸ ਨੇ ਕਿਉਂਕਿ ਵੋਵਲਸ ਕੀ ਹੁੰਦੇ ਨੇ AEIOU। ਹੁਣ ਐਚ ਹੋ ਗਿਆ, ਡੀ ਹੋ ਗਿਆ, ਫਲਾਵਰ ਹੋ ਗਿਆ, ਇਹ ਸਾਰੇ ਵਰਡਸ ਜੋ ਹੈ ਇਹ ਕੌਨਸੋਨੈਂਟਸ ਹੈ। ਤਾਂ ਕੌਨਸੋਨੈਂਟ ਤੋਂ ਅਗਰ ਇੱਕ ਵਰਡ ਸਟਾਰਟ ਹੋ ਰਿਹਾ ਹੈ ਉਸ ਤੋਂ ਪਹਿਲਾਂ ਅਗਰ ਸਾਨੂੰ ਆਰਟੀਕਲ ਦਾ ਯੂਜ਼ ਕਰਨਾ ਹੈ ਤਾਂ ਅਸੀਂ ਸਿੰਪਲੀ ਜੋ ਏ ਹੁੰਦਾ ਹੈ, ਠੀਕ ਹੈ, ਉਸ ਦਾ ਯੂਜ਼ ਕਰਦੇ ਹਾਂ। ਏ ਹੋਰਸ, ਏ ਡਰੈਸ, ਏ ਫਲਾਵਰ। ਹਾਂਜੀ, ਇਸ ਨੂੰ ਅਸੀਂ ਇੱਦਾਂ ਵੀ ਕਹਿ ਸਕਦੇ ਹਾਂ ਵੀ ਅਗਰ ਕੋਈ ਖਾਸ ਚੀਜ਼ ਦੇ ਬਾਰੇ ਅਗਰ ਅਸੀਂ ਗੱਲ ਨਹੀਂ ਕਰ ਰਹੇ ਹਾਂ ਤਾਂ ਜੋ ਹੈ ਅਸੀਂ ਏ ਦਾ ਯੂਜ਼ ਕਰਦੇ ਹਾਂ, ਇੱਦਾਂ ਵੀ ਸਮਝ ਸਕਦੇ ਹਾਂ, ਠੀਕ ਹੈ। ਕਿਉਂਕਿ ਹੋਰਸ ਜੋ ਹੈ ਉਹ ਕੁਝ ਖਾਸ ਨਹੀਂ ਹੈ, ਕਈ ਸਾਰੇ ਹੋਰਸ ਵੀ ਮਤਲਬ ਕਈ ਸਾਰੇ ਹੋਰਸਿਸ ਹੁੰਦੇ ਨੇ। ਘੋੜੇ ਜੋ ਹੈ ਕਈ ਤਰ੍ਹਾਂ ਦੇ ਹੁੰਦੇ ਨੇ, ਠੀਕ ਹੈ। ਡਰੈਸ, ਕਈ ਸਾਰੀ ਡਰੈਸਿਸ ਹੁੰਦੀਆਂ ਨੇ। ਫਲਾਵਰ, ਕਿੰਨੇ ਹੀ ਫੁੱਲ ਹੁੰਦੇ ਨੇ, ਕਿੰਨੇ ਹੀ ਫਲਾਵਰਸ ਹੁੰਦੇ ਨੇ। ਤਾਂ ਇੱਥੇ ਜੋ ਹੈ ਕੋਈ ਖਾਸ ਜੋ ਹੈ ਮਤਲਬ ਚੀਜ਼ ਦੀ ਗੱਲ ਨਹੀਂ ਹੋ ਰਹੀ ਹੁੰਦੀ ਹੈ। ਬਾਕੀ ਤੁਸੀਂ ਕੌਨਸੋਨੈਂਟ ਵਾਲਾ ਜੋ ਰੂਲ ਹੈ ਉਹ ਜ਼ਰੂਰ ਯਾਦ ਰੱਖਣਾ ਹੈ ਵੀ ਅਗਰ ਜੋ ਵਰਡ ਹੈ ਉਹ ਕੌਨਸੋਨੈਂਟ ਤੋਂ ਸਟਾਰਟ ਹੋ ਰਿਹਾ ਹੈ ਵੀ ਵਰਡ ਦੀ ਸਟਾਰਟਿੰਗ ਦੇ ਵਿੱਚ AEIOU ਇਹ ਜੋ ਹੈ ਨਹੀਂ ਹੈ
ਤਾਂ ਅਸੀਂ ਵਰਡ ਤੋਂ ਪਹਿਲਾਂ ਅਗਰ ਆਰਟੀਕਲ ਯੂਜ਼ ਕਰਨਾ ਹੈ ਤਾਂ ਉਹ ਹੋਏਗਾ ਏ, ਠੀਕ ਹੈ, ਸਮਾਲ ਏ। ਨੈਕਸਟ ਹੈ ਐਨ ਦਾ ਯੂਜ਼ ਕਿੱਥੇ ਕਰਨਾ ਹੈ। ਜੋ ਐਨ ਹੈ ਆਰਟੀਕਲਸ ਦੇ ਵਿੱਚ, ਇਸ ਨੂੰ ਅਸੀਂ ਕਿਵੇਂ ਯੂਜ਼ ਕਰਨਾ ਹੈ। ਦੇਖੋ, ਜਿੱਥੇ ਵੋਵਲ ਦਾ ਸਾਊਂਡ ਆ ਰਿਹਾ ਹੋਏਗਾ, ਇਸ ਨੂੰ ਜ਼ਰਾ ਧਿਆਨ ਨਾਲ ਸਮਝਣਾ, ਸਿਰਫ ਕੱਲਾ ਵੋਵਲ ਨਹੀਂ, ਵੋਵਲ ਦਾ ਸਾਊਂਡ ਆ ਰਿਹਾ ਹੋਏਗਾ, ਉੱਥੇ ਅਸੀਂ ਐਨ ਦਾ ਯੂਜ਼ ਕਰਨਾ ਹੈ। ਹੁਣ ਜਿਵੇਂ ਪਹਿਲਾ ਹੈ ਅੰਬਰੇਲਾ, ਠੀਕ ਹੈ। ਅੰਬਰੇਲਾ ਦੇ ਵਿੱਚ ਜੋ ਪਹਿਲਾ ਜੋ ਲੈਟਰ ਹੈ ਜਾਂ ਪਹਿਲਾ ਜੋ ਅਲਫਾਬੈਟ ਹੈ ਉਹ ਹੈ ਯੂ, ਤੇ ਜੋ ਵੋਵਲਸ ਹੁੰਦੇ ਹੈ ਏ ਈ ਆਈ ਓ ਯੂ, ਵੋਵਲ ਦੇ ਵਿੱਚ ਯੂ ਜੋ ਹੈ ਉਹ ਆਂਦਾ ਹੈ, ਤਾਂ ਯੂ ਜੋ ਹੈ ਉਹ ਇੱਕ ਵੋਵਲ ਹੈ। ਵੋਵਲ ਤੋਂ ਪਹਿਲਾਂ ਹਮੇਸ਼ਾ ਅਗਰ ਕੋਈ ਵਰਡ ਵੋਵਲ ਤੋਂ ਸਟਾਰਟ ਹੋ ਰਿਹਾ ਹੈ ਤਾਂ ਉਸ ਵਰਡ ਦੇ ਅੱਗੇ ਅਗਰ ਅਸੀਂ ਆਰਟੀਕਲ ਦਾ ਯੂਜ਼ ਕਰਨਾ ਹੈ ਤਾਂ ਐਨ ਦਾ ਅਸੀਂ ਯੂਜ਼ ਕਰਦੇ ਹਾਂ। ਫਿਰ ਤੋਂ ਸੁਣ ਲਓ, ਅਗਰ ਕੋਈ ਵਰਡ ਵੋਵਲ ਤੋਂ ਸਟਾਰਟ ਹੋ ਰਿਹਾ ਹੈ, ਏ ਈ ਆਈ ਓ ਯੂ ਤੋਂ ਸਟਾਰਟ ਹੋ ਰਿਹਾ ਹੈ, ਤਾਂ ਉਸ ਤੋਂ ਪਹਿਲਾਂ ਆਰਟੀਕਲ ਜੋ ਹੈ ਉਹ ਐਨ ਲੱਗਦਾ ਹੁੰਦਾ ਹੈ। ਹੁਣ ਨੀਚੇ ਹੈ ਜੀ ਓਨੈਸਟ ਮੈਨ। ਹੁਣ ਓਨੈਸਟ ਜਦ ਮੈਨ ਦੀ ਅਸੀਂ ਗੱਲ ਕਰ ਰਹੇ ਹਾਂ ਤਾਂ ਇੱਥੇ ਜੋ ਓਨੈਸਟ ਹੈ, ਠੀਕ ਹੈ, ਇਹ ਜੋ ਹੈ ਸਟਾਰਟ ਹੋ ਰਿਹਾ ਹੈ ਐਚ ਦੇ ਨਾਲ, ਔਰ ਐਚ ਜੋ ਹੈ ਉਹ ਤੁਹਾਡਾ ਕੌਨਸੋਨੈਂਟ ਹੈ, ਉਹ ਵੋਵਲ ਨਹੀਂ ਹੈ, ਪਰ ਤਾਂ ਵੀ ਇਸ ਦੇ ਅੱਗੇ ਐਨ ਦਾ ਯੂਜ਼ ਕੀਤਾ ਗਿਆ ਹੈ। ਇਹਦਾ ਰੀਜ਼ਨ ਇਹ ਹੈ, ਮੈਂ ਸਟਾਰਟਿੰਗ ਦੇ ਵਿੱਚ ਤੁਹਾਨੂੰ ਦੱਸਿਆ ਸੀ ਵੀ ਸਾਨੂੰ ਵੋਵਲ ਦਾ ਸਾਊਂਡ ਜੋ ਹੈ ਵੇਖਣਾ ਹੈ, ਵੀ ਜਦੋਂ ਅਸੀਂ ਕਿਸੇ ਵਰਡ ਨੂੰ ਪ੍ਰਨਾਊਂਸ ਕਰਦੇ ਹਾਂ, ਯਾਨੀ ਕਿ ਅਸੀਂ ਕਿਸੇ ਵਰਡ ਨੂੰ ਬੋਲਦੇ ਹਾਂ, ਉਸ ਦਾ ਉਚਾਰਨ ਕਰਦੇ ਹਾਂ, ਤਾਂ ਸਾਨੂੰ ਇਹ ਦੇਖਣਾ ਹੈ ਵੀ ਉਸ ਦਾ ਜੋ ਸਾਊਂਡ ਆ ਰਿਹਾ ਹੈ, ਉਸ ਸਾਊਂਡ ਦੇ ਵਿੱਚ ਕੀ ਵੋਵਲ ਹੈ। ਜਿਹੜਾ ਓਨੈਸਟ ਮੈਨ ਹੈ ਨਾ, ਇਸ ਦੇ ਵਿੱਚ ਜੋ ਓਨੈਸਟ ਹੈ, ਇਹਦੇ ਵਿੱਚ ਐਚ ਜੋ ਹੈ ਉਹ ਸਾਇਲੈਂਟ ਹੁੰਦਾ ਹੈ, ਵੀ ਜਦੋਂ ਅਸੀਂ ਬੋਲਦੇ ਹੁੰਦੇ ਹਾਂ ਤਾਂ ਆਪਾਂ ਇਸ ਨੂੰ ਇੱਦਾਂ ਨਹੀਂ ਬੋਲਦੇ ਹੋਨੈਸਟ, ਇੱਦਾਂ ਨਹੀਂ ਬੋਲਦੇ ਹੁੰਦੇ, ਠੀਕ ਹੈ, ਆਪਾਂ ਇਸ ਨੂੰ ਓਨੈਸਟ ਬੋਲਦੇ ਹਾਂ, ਓ, ਠੀਕ ਹੈ। ਤਾਂ ਓ ਜੋ ਹੈ ਉਹ ਤੁਹਾਡਾ ਵੋਵਲ ਹੈ, ਇੱਥੇ ਓ ਦਾ ਸਾਊਂਡ ਆ ਰਿਹਾ ਹੈ, ਵੋਵਲ ਦਾ ਸਾਊਂਡ ਆ ਰਿਹਾ ਹੈ। ਐਚ ਓਨੈਸਟ ਦੇ ਵਿੱਚ ਜੋ ਹੈ ਐਚ ਜੋ ਹੈ ਉਹ ਸਾਇਲੈਂਟ ਹੁੰਦਾ ਹੈ, ਇਸ ਦੀ ਆਵਾਜ਼ ਜੋ ਹੈ ਉਹ ਨਹੀਂ ਆਉਂਦੀ ਹੈ। ਤਾਂ ਤੁਸੀਂ ਜੋ ਹੈ ਸਾਊਂਡ ਜੋ ਬੋਲ ਰਹੇ ਹੋ ਉਹ ਵੀ ਨੋਟਿਸ ਦੇ ਵਿੱਚ ਰੱਖਣਾ ਹੈ ਕਿ ਉਸ ਦੇ ਵਿੱਚ ਕਿੱਥੇ ਤੁਹਾਨੂੰ ਵੋਵਲ ਦਾ ਸਾਊਂਡ ਤਾਂ ਨਹੀਂ ਆ ਰਿਹਾ ਹੈ। ਜੇਕਰ ਅਗਰ ਵੋਵਲ ਦਾ ਸਾਊਂਡ ਆ ਰਿਹਾ ਹੈ ਤਾਂ ਤੁਸੀਂ ਐਨ ਦਾ ਯੂਜ਼ ਕਰੋਗੇ ਉਸ ਵਰਡ ਤੋਂ ਪਹਿਲਾਂ। ਨੈਕਸਟ ਹੈ ਐਲੀਫੈਂਟ। ਦੇਖੋ, ਐਲੀਫੈਂਟ ਤਾਂ ਈ ਤੋਂ ਸਟਾਰਟ ਹੋ ਰਿਹਾ ਹੈ, ਤੇ ਈ ਜੋ ਹੈ ਉਹ ਇੱਕ ਵੋਵਲ ਹੈ, ਤੇ ਇਸ ਤੋਂ ਪਹਿਲਾਂ ਜੋ ਹੈ ਐਨ ਦਾ ਯੂਜ਼ ਹੋਏਗਾ। ਹਾਂਜੀ, ਹੁਣ ਨੈਕਸਟ ਹੈ ਦਾ, THE। ਹੁਣ ਇਸ ਆਰਟੀਕਲ ਦਾ ਯੂਜ਼ ਅਸੀਂ ਕਿੱਥੇ ਕਰਨਾ ਹੈ, ਦਾ। ਜੇਕਰ ਅਸੀਂ ਕੁਝ ਖਾਸ ਚੀਜ਼ਾਂ ਦੀ ਗੱਲ ਕਰ ਰਹੇ ਹਾਂ, ਖਾਸ ਚੀਜ਼ਾਂ ਜਿਵੇਂ ਵਰਡ ਹੈ ਅਰਥ, ਅਰਥ ਯਾਨੀ ਕਿ ਜੋ ਧਰਤੀ ਹੈ, ਜੋ ਇਹ ਅਰਥ ਜਿਸ ਦੇ ਉੱਪਰ ਅਸੀਂ ਸਾਰੇ ਰਹਿੰਦੇ ਹਾਂ, ਠੀਕ ਹੈ, ਤਾਂ ਅਰਥ ਜੋ ਹੈ ਇਸ ਪੂਰੇ ਬ੍ਰਹਿਮੰਡ ਦੇ ਅੰਦਰ, ਯੂਨੀਵਰਸ ਦੇ ਵਿੱਚ ਇੱਕ ਖਾਸ ਪਲੈਨਟ ਦਾ ਨਾਂ ਹੈ ਅਰਥ, ਠੀਕ ਹੈ। ਇਹ ਨਹੀਂ ਹੈ ਵੀ ਹਰ ਕਿਸੇ ਚੀਜ਼ ਦਾ ਨਾਂ ਜੋ ਹੈ ਅਰਥ ਹੈ, ਇੱਦਾਂ ਨਹੀਂ ਹੈ, ਜਾਂ ਅਰਥ ਵਰਗੇ ਹੋਰ ਵੀ 2-4 ਪਲੈਨਟਸ ਹੈਗੇ ਨੇ, ਇੱਦਾਂ ਨਹੀਂ ਹੈ। ਅਰਥ ਜੋ ਹੈ ਇਸ ਯੂਨੀਵਰਸ ਦੇ ਅੰਦਰ, ਇਸ ਬ੍ਰਹਿਮੰਡ ਦੇ ਅੰਦਰ ਜੋ ਹੈ ਇੱਕ ਖਾਸ ਪਲੈਨਟ ਦਾ ਨਾਂ ਹੈ ਅਰਥ, ਠੀਕ ਹੈ, ਜਿਸ 'ਤੇ ਅਸੀਂ ਸਾਰੇ ਰਹਿੰਦੇ ਹਾਂ। ਤਾਂ ਜੇਕਰ ਅਗਰ ਅਸੀਂ ਕਿਸੇ ਖਾਸ ਚੀਜ਼ ਬਾਰੇ ਗੱਲ ਕਰ ਰਹੇ ਹਾਂ, ਠੀਕ ਹੈ, ਤਾਂ ਅਸੀਂ ਉਸ ਵਰਡ ਤੋਂ ਪਹਿਲਾਂ ਦਾ, THE ਜੋ ਹੈ ਯੂਜ਼ ਕਰਦੇ ਹੁੰਦੇ ਹਾਂ ਆਰਟੀਕਲ। ਇੱਦਾਂ ਹੀ ਹੁਣ ਹੋ ਗਿਆ ਗੋਲਡਨ ਟੈਂਪਲ। ਹੁਣ ਜੋ ਗੋਲਡਨ ਟੈਂਪਲ ਹੈ ਉਹ ਸਿਰਫ ਪੰਜਾਬ ਦੇ ਅੰਦਰ ਹੀ ਹੈ, ਪੰਜਾਬ ਦੇ ਅੰਦਰ ਅੰਮ੍ਰਿਤਸਰ ਦੇ ਵਿੱਚ ਹੀ ਜੋ ਹੈ ਗੋਲਡਨ ਟੈਂਪਲ ਮੌਜੂਦ ਹੈ। ਇਸ ਤੋਂ ਇਲਾਵਾ ਜੋ ਗੋਲਡਨ ਟੈਂਪਲ ਹੈ ਉਹ ਕਿਸੇ ਵੀ ਹੋਰ ਥਾਂ 'ਤੇ ਤੁਹਾਨੂੰ ਨਹੀਂ ਮਿਲੂਗਾ। ਦੁਨੀਆ ਦੇ ਵਿੱਚ ਗੋਲਡਨ ਟੈਂਪਲ ਇਕੱਲਾ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਹੀ ਹੈ। ਤਾਂ ਇਹ ਜੋ ਹੈ ਇੱਕ ਖਾਸ ਇੱਕ ਥਾਂ ਨੂੰ, ਖਾਸ ਇੱਕ ਪਲੇਸ ਨੂੰ ਜੋ ਹੈ ਰਿਪਰੈਜ਼ੈਂਟ ਕਰ ਰਿਹਾ ਹੈ। ਤਾਂ ਇਸ ਤੋਂ ਪਹਿਲਾਂ ਜੋ ਆਰਟੀਕਲ ਯੂਜ਼ ਹੋਏਗਾ ਉਹ ਹੈ THE ਦਾ। ਇੱਦਾਂ ਹੀ ਜੋ ਟ੍ਰਿਬਿਊਨ ਹੈ, ਇਸ ਦੇ ਅੱਗੇ ਵਰਡ ਹੈ ਦਾ। ਦੇਖੋ, ਟ੍ਰਿਬਿਊਨ ਜੋ ਹੈ ਇੱਕ ਖਾਸ ਨਿਊਜ਼ਪੇਪਰ ਦਾ ਨਾਂ ਹੈ। ਟ੍ਰਿਬਿਊਨ ਨਾਂ ਦੇ ਹੋਰ ਕਈ ਸਾਰੇ ਜੋ ਹੈ ਨਿਊਜ਼ਪੇਪਰ ਨਹੀਂ ਨੇ, ਇੱਕ ਖਾਸ ਨਿਊਜ਼ਪੇਪਰ ਦਾ ਨਾਂ ਹੈ ਟ੍ਰਿਬਿਊਨ। ਤਾਂ ਟ੍ਰਿਬਿਊਨ ਤੋਂ ਪਹਿਲਾਂ ਜੋ ਹੈ ਅਸੀਂ ਦਾ ਜੋ ਵਰਡ ਹੈ THE, ਇਸ ਦਾ ਜੋ ਹੈ ਯੂਜ਼ ਕਰਾਂਗੇ।
ਵੀ ਅਗਰ ਕਿਸੇ ਖਾਸ ਚੀਜ਼ ਬਾਰੇ ਅਗਰ ਅਸੀਂ ਗੱਲ ਕਰ ਰਹੇ ਹਾਂ ਤਾਂ ਅਸੀਂ ਆਰਟੀਕਲ ਜੋ ਯੂਜ਼ ਕਰਨਾ ਹੈ ਉਹ ਹੈ THE ਤੇ ਇਸ ਨੂੰ ਅਸੀਂ ਕਹਿੰਦੇ ਹਾਂ ਦਾ। ਤੇ ਨੀਚੇ ਸਾਨੂੰ ਜੋ ਹੈ ਕੁਝ ਫਿਲਿੰਗ ਦਾ ਬਲੈਂਕਸ ਦੇ ਵਿੱਚ ਇਹਨਾਂ ਆਰਟੀਕਲਸ ਨੂੰ ਫਿਲ ਕਰਨਾ ਹੈ, ਤਾਂ ਜ਼ਰਾ ਦੇਖ ਲੈਂਦੇ ਹਾਂ। ਹਾਂਜੀ, fill in the blanks with suitable articles a and the। फर्स्ट है this is not dash easy exercise। ਹੁਣ easy ਤੋਂ ਪਹਿਲਾਂ ਅਸੀਂ ਜੋ ਹੈ ਆਰਟੀਕਲ ਨੂੰ ਫਿਲ ਕਰਨਾ ਹੈ ਤੇ ਆਰਟੀਕਲਸ ਤਿੰਨ ਨੇ a and the। ਹੁਣ ਇਹਨਾਂ ਤਿੰਨਾਂ ਦੇ ਵਿੱਚੋਂ ਐਨ ਹੀ ਇੱਥੇ ਕਿਉਂ ਲੱਗਿਆ ਹੈ, ਉਸ ਦਾ ਰੀਜ਼ਨ ਇਹ ਹੈ ਵੀ ਜੋ ਈਜ਼ੀ ਹੈ, ਈਜ਼ੀ ਜੋ ਵਰਡ ਹੈ ਉਸਦਾ ਜੋ ਪਹਿਲਾ ਜੋ ਲੈਟਰ ਹੈ ਉਹ ਹੈ ਈ, ਤੇ ਈ ਜੋ ਹੈ ਇੱਕ ਵੋਵਲ ਹੈ। ਅਗਰ ਵੋਵਲ ਤੋਂ ਕੋਈ ਵਰਡ ਸਟਾਰਟ ਹੋ ਰਿਹਾ ਹੈ, ਅਗਰ AEIOU ਤੋਂ ਕੋਈ ਵਰਡ ਸਟਾਰਟ ਹੋ ਰਿਹਾ ਹੈ ਤਾਂ ਉਸ ਤੋਂ ਪਹਿਲਾਂ ਅਸੀਂ ਐਨ ਜੋ ਹੈ ਲਗਾਵਾਂਗੇ ਆਰਟੀਕਲ ਦੇ ਤੌਰ ਤੇ, ਠੀਕ ਹੈ। ਤੇ ਇਹੀ ਰੀਜ਼ਨ ਹੈ ਕਿ ਇੱਥੇ ਈਜ਼ੀ ਤੋਂ ਪਹਿਲਾਂ ਅਸੀਂ ਜੋ ਆਰਟੀਕਲ ਹੈ ਉਹ ਐਨ ਯੂਜ਼ ਕੀਤਾ ਹੈ। ਦਿਸ ਇਜ਼ ਨੋਟ ਐਨ ਈਜ਼ੀ ਐਕਸਰਸਾਈਜ਼। ਈਜ਼ੀ ਦਾ ਜੋ ਪਹਿਲਾ ਜੋ ਲੈਟਰ ਹੈ, ਜੋ ਅਲਫਾਬੈਟ ਹੈ, ਉਹ ਇੱਕ ਵੋਵਲ ਹੈ। ਇਸ ਰੀਜ਼ਨ ਕਰਕੇ ਅਸੀਂ ਐਨ ਆਰਟੀਕਲ ਯੂਜ਼ ਕੀਤਾ ਹੈ। ਸੈਕਿੰਡ ਹੈ ਮੀਨੂ ਹੈਜ਼ ਡੈਸ਼ ਬਨਾਨਾ ਐਂਡ ਡੈਸ਼ ਐਪਲ ਇਨ ਹਰ ਬੈਗ। ਦੇਖੋ ਬਨਾਨਾ ਜੋ ਵਰਡ ਹੈ ਇਹ ਸਟਾਰਟ ਹੋ ਰਿਹਾ ਹੈ ਕੌਨਸੋਨੈਂਟ ਤੋਂ, ਠੀਕ ਹੈ। ਜੋ ਬੀ ਹੈ ਉਹ ਇੱਕ ਕੌਨਸੋਨੈਂਟ ਹੈ। ਬਨਾਨਾ ਜੋ ਬੀ ਹੈ, ਬਨਾਨਾ यानी कि केला हो गया, ठीक है। ਤਾਂ ਜੋ ਬੀ ਹੈ ਉਹ ਇੱਕ ਕੌਨਸੋਨੈਂਟ ਹੈ। ਅਗਰ ਕੌਨਸੋਨੈਂਟ ਤੋਂ ਵਰਡ ਸਟਾਰਟ ਹੁੰਦਾ ਹੈ ਤਾਂ ਉਸ ਤੋਂ ਪਹਿਲਾਂ ਅਸੀਂ ਏ ਜੋ ਹੈ ਉਹ ਲਗਾਉਂਦੇ ਹੁੰਦੇ ਹਾਂ ਆਰਟੀਕਲ, ਠੀਕ ਹੈ। ਤੇ ਇਸ ਤੋਂ ਅੱਗੇ ਜੋ ਵਰਡ ਮਤਲਬ ਡੈਸ਼ ਤੋਂ ਅੱਗੇ ਜੋ ਵਰਡ ਹੈ ਉਹ ਹੈ ਐਪਲ। ਐਪਲ ਸਟਾਰਟ ਹੋ ਰਿਹਾ ਹੈ ਵੋਵਲ ਏ ਤੋਂ। ਜੋ ਐਪਲ ਹੈ ਉਹ ਸਟਾਰਟ ਹੋ ਰਿਹਾ ਹੈ ਵੋਵਲ ਏ ਤੋਂ। ਜੋ ਐਪਲ ਦਾ ਫਰਸਟ ਜੋ ਅਲਫਾਬੈਟ ਹੈ ਉਹ ਹੈ ਏ, ਤੇ ਏ ਜੋ ਹੈ ਉਹ ਵੋਵਲ ਹੈ। ਇਸ ਕਰਕੇ ਐਪਲ ਤੋਂ ਪਹਿਲਾਂ ਲੱਗੇਗਾ ਐਨ। ਮੀਨੂ ਹੈਜ਼ ਏ ਬਨਾਨਾ ਐਂਡ ਐਨ ਐਪਲ ਇਨ ਹਰ ਬੈਗ। ਥਰਡ ਹੈ ਰਜਤ ਇਜ਼ ਏ ਹਾਰਡ ਵਰਕਰ ਐਂਡ ਡੈਸ਼ ਓਨੈਸਟ ਬॉय। ਮੈਂ ਪਹਿਲਾਂ ਦੱਸਿਆ ਸੀ ਵੀ ਤੁਸੀਂ ਵੋਵਲ ਸਾਊਂਡ ਦਾ ਵੀ ਜੋ ਹੈ ਧਿਆਨ ਰੱਖਣਾ ਹੈ। ਕੱਲਾ ਤੁਸੀਂ ਇਹ ਨਹੀਂ ਦੇਖਣਾ ਹੈ ਵੀ ਜੋ ਵਰਡ ਸਟਾਰਟ ਹੋ ਰਿਹਾ ਹੈ ਵੀ ਉਹ ਕੌਨਸੋਨੈਂਟ ਤੋਂ ਸਟਾਰਟ ਹੋ ਰਿਹਾ ਹੈ ਜਾਂ ਵੋਵਲ ਤੋਂ ਸਟਾਰਟ ਹੋ ਰਿਹਾ ਹੈ। ਹੁਣ ਇੱਥੇ ਓਨੈਸਟ ਜੋ ਵਰਡ ਆਇਆ ਹੈ ਉਹ ਸਟਾਰਟ ਹੋ ਰਿਹਾ ਹੈ ਐਸ਼ ਤੋਂ, ਜੋ ਕਿ ਇੱਕ ਕੌਨਸੋਨੈਂਟ ਹੈ। ਬਟ ਇਸ ਦੇ ਬਾਵਜੂਦ ਅਸੀਂ ਐਨ ਲਗਾ ਰਹੇ ਹਾਂ। ਉਹਦਾ ਰੀਜ਼ਨ ਇਹ ਹੈ ਜਦ ਅਸੀਂ ਓਨੈਸਟ ਨੂੰ ਬੋਲਦੇ ਹੁੰਦੇ ਹਾਂ, ਉਹਨੂੰ ਪ੍ਰੋਨਾਊਂਸ ਕਰਦੇ ਹਾਂ ਤਾਂ ਜੋ ਐਚ ਹੈ ਉਹ ਸਾਇਲੈਂਟ ਹੁੰਦਾ ਹੈ, ਐਚ ਦੀ ਆਵਾਜ਼ ਨਹੀਂ ਆਉਂਦੀ ਹੈ। ਅਸੀਂ ਓਨੈਸਟ ਬੋਲਦੇ ਹਾਂ ਓਨੈਸਟ, ਠੀਕ ਹੈ। ਤਾਂ ਇੱਥੇ ਵੋਵਲ ਦੀ ਆਵਾਜ਼ ਆ ਰਹੀ ਹੈ, ਵੋਵਲ ਸਾਊਂਡ ਕਰ ਰਿਹਾ ਹੈ ਓ। ਇਹ ਰੀਜ਼ਨ ਹੈ ਕਿ ਅਸੀਂ ਓਨੈਸਟ ਬॉय ਤੋਂ ਪਹਿਲਾਂ ਜੋ ਹੈ ਐਨ ਜੋ ਹੈ ਆਰਟੀਕਲ ਯੂਜ਼ ਕਰ ਰਹੇ ਹਾਂ। ਰਜਤ ਇਜ਼ ਅ ਹਾਰਡ ਵਰਕਰ ਐਂਡ ਐਨ ਓਨੈਸਟ ਬॉय। ਨੈਕਸਟ ਹੈ ਡੈਸ਼ ਸਨ ਇਜ਼ ਵੈਰੀ ਹੌਟ ਐਂਡ ਬ੍ਰਾਈਟ ਟੂਡੇ। ਵੀ ਅੱਜ ਜੋ ਸੂਰਜ ਹੈ ਉਹ ਕਾफ़ੀ ਗਰਮ ਤੇ ਚਮਕੀਲਾ ਹੈ, ਠੀਕ ਹੈ। ਬ੍ਰਾਈਟ ਹੁੰਦਾ ਹੈ ਵੀ ਉਸਦੀ ਚਮਕ ਕਾफ़ੀ ਤੇਜ਼ ਹੈ, ਤੇ ਹੌਟ ਹੁੰਦਾ ਹੈ ਵੀ ਕਾफ़ੀ ਗਰਮ ਹੈ। ਟੂਡੇ ਤੁਹਾਨੂੰ ਪਤਾ ਹੀ ਹੈ ਵੀ ਅੱਜ ਦੇ ਦਿਨ ਨੂੰ ਕਿਹਾ ਜਾਂਦਾ ਹੈ, ਤੇ ਸਨ ਸੂਰਜ। ਹੁਣ ਜੋ ਸਨ ਹੈ ਉਹ ਇਸ ਯੂਨੀਵਰਸ ਦੇ ਵਿੱਚ ਜੋ ਹੈ ਮਤਲਬ ਵੈਸੇ ਤਾਂ ਗਲੈਕਸੀਜ਼ ਦੇ ਕਈ ਸਾਰੇ ਆਪਣੇ ਆਪਣੇ ਅਲੱਗ-ਅਲੱਗ ਸਨ ਹੈਗੇ ਨੇ, ਪਰ ਅਗਰ ਅਸੀਂ ਆਪਣਾ ਜੋ ਸੋਲਰ ਸਿਸਟਮ ਹੈ, ਠੀਕ ਹੈ, ਉਸ ਦੇ ਵਿੱਚ ਸਨ ਦੇ ਅਰਾਊਂਡ ਜੋ ਹੈ 8 ਪਲੈਨਟਸ ਹੈ। ਪਲੂਟੋ ਨੂੰ ਪਲੈਨਟ ਜੋ ਹੈ ਕਾਊਂਟ ਨਹੀਂ ਕੀਤਾ ਗਿਆ ਹੈ, ਜੋ ਪਲੂਟੋ ਹੈ ਉਸ ਨੂੰ ਹਟਾ ਦਿੱਤਾ ਗਿਆ ਹੈ। ਤੇ ਜੋ ਸੋਲਰ ਸਿਸਟਮ ਸਾਡਾ ਗਲੈਕਸੀ ਵਾਲਾ ਹੈ, ਠੀਕ ਹੈ, ਉਸ ਦੇ ਵਿੱਚ ਸਨ ਦੇ ਅਰਾਊਂਡ ਜੋ 8 ਜੋ ਪਲੈਨਟਸ हैं वो जो है रिवॉल्व कर रहे हैं। ਤਾਂ ਸਨ ਜੋ ਹੈ ਇੱਕੋ ਹੀ ਹੈ। ਸਾਡੀ ਜੋ ਗਲੈਕਸੀ ਹੈ ਜਾਂ ਸਾਡਾ ਜੋ ਯੂਨੀਵਰਸ ਹੈ ਉਸ ਦਾ ਸਨ ਇੱਕੋ ਹੀ ਹੈ ਔਰ ਇਹ ਖਾਸ ਹੈ, ਠੀਕ ਹੈ। ਸਨ ਕਿਸੇ ਹੋਰ ਚੀਜ਼ ਦਾ ਨਾਂ ਨਹੀਂ ਹੋ ਸਕਦਾ ਹੈ। ਤਾਂ ਸਨ ਜੋ ਹੈ ਉਹ ਇੱਕ ਖਾਸ ਚੀਜ਼ ਨੂੰ ਰਿਪਰੈਜ਼ੈਂਟ ਕਰ ਰਿਹਾ ਹੈ। ਤਾਂ
ਇਹ ਰੀਜ਼ਨ ਹੈ ਕਿ ਸਨ ਤੋਂ ਪਹਿਲਾਂ ਅਸੀਂ THE ਦਾ ਜੋ ਆਰਟੀਕਲ ਹੈ ਇਸ ਨੂੰ ਯੂਜ਼ ਕਰਾਂਗੇ। ਅਗਰ ਅਸੀਂ ਕਿਸੇ ਖਾਸ ਚੀਜ਼ ਬਾਰੇ ਦੱਸਣਾ ਹੈ ਤਾਂ ਅਸੀਂ ਜੋ ਹੈ THE ਯਾਨੀ ਕਿ ਦਾ ਜੋ ਹੈ ਉਸ ਦਾ ਯੂਜ਼ ਕਰਾਂਗੇ। ਦਾ ਸਨ ਇਜ਼ ਵੈਰੀ ਹੌਟ ਐਂਡ ਬ੍ਰਾਈਟ ਟੂਡੇ। ਨੈਕਸਟ ਹੈ ਮਾਈ ਅੰਕਲ ਹੈਜ਼ ਬੇਕਡ ਡੈਸ਼ ਕੇਕ ਫॉर मी। ਹੁਣ ਜੋ ਕੇਕ ਹੈ ਇਹ ਜੋ ਹੈ ਸੀ ਤੋਂ ਸਟਾਰਟ ਹੋ ਰਿਹਾ ਹੈ ਤਾਂ ਇਹ ਜੋ ਸੀ ਹੈ ਇਹ ਇੱਕ ਕੌਨਸੋਨੈਂਟ ਹੈ ਤੇ ਕੌਨਸੋਨੈਂਟ ਤੋਂ ਪਹਿਲਾਂ ਅਸੀਂ ਜੋ ਆਰਟੀਕਲ ਹੈ ਉਹ ਏ ਲਗਾਉਂਦੇ ਹੁੰਦੇ ਹਾਂ। ਮਾਈ ਅੰਕਲ ਹੈਜ਼ ਬੇਕਡ ਆ ਕੇਕ ਫॉर मी। ਮੇਰੇ ਅੰਕਲ ਨੇ ਅੱਜ ਮੇਰੇ ਵਾਸਤੇ ਇੱਕ ਕੇਕ ਨੂੰ ਜੋ ਹੈ ਬਣਾਇਆ। ਹਾਂਜੀ ਸਿਕਸਥ ਹੈ ਟੂਡੇ ਆਈ ਹੈਲਪਡ ਡੈਸ਼ ਓਲਡ ਮੈਨ ਐਂਡ ਡੈਸ਼ ਯੰਗ ਲੇਡੀ। ਹੁਣ ਓਲਡ ਮੈਨ ਦਾ ਜੋ ਓਲਡ ਹੈ ਇਹ ਸਟਾਰਟ ਹੋ ਰਿਹਾ ਹੈ ਓ ਤੋਂ ਤੇ ਉਹ ਜੋ ਹੈ ਉਹ ਇੱਕ ਵੋਵਲ ਹੈ ਤੇ ਇਹੀ ਰੀਜ਼ਨ ਹੈ ਕਿ ਅਸੀਂ ਓਲਡ ਤੋਂ ਪਹਿਲਾਂ ਜੋ ਹੈ ਉਹ ਐਨ ਜੋ ਆਰਟੀਕਲ ਹੈ ਉਸ ਦਾ ਯੂਜ਼ ਕਰਾਂਗੇ। ਯੰਗ ਲੇਡੀ ਦਾ ਜੋ ਵਾਈ ਹੈ ਠੀਕ ਹੈ ਯੰਗ ਜੋ ਹੈ ਵਰਡ ਯੰਗ ਵਰਡ ਸਟਾਰਟ ਹੋ ਰਿਹਾ ਹੈ ਵਾਈ ਤੋਂ ਤੇ ਵਾਈ ਜੋ ਹੈ ਉਹ ਕੌਨਸੋਨੈਂਟ ਹੈ ਉਹ ਵੋਵਲ ਨਹੀਂ ਹੈ। ਇਹ ਰੀਜ਼ਨ ਹੈ ਕਿ ਅਸੀਂ ਯੰਗ ਤੋਂ ਪਹਿਲਾਂ ਜੋ ਆਰਟੀਕਲ ਯੂਜ਼ ਕਰ ਰਹੇ ਹਾਂ ਉਹ ਏ ਹੈ। ਟੂਡੇ ਆਈ ਹੈਲਪਡ ਐਨ ਓਲਡ ਮੈਨ ਐਂਡ ਏ ਯੰਗ ਲੇਡੀ। ਸੈਵਨਥ ਹੈ ਵੀ ਪਲੈਨਡ ਟੂ ਵਿਜ਼ਿਟ ਡੈਸ਼ ਰੈੱਡ ਫੋਰਟ। ਹੁਣ ਇੱਥੇ ਮਤਲਬ ਇਸ ਦਾ ਮੀਨਿੰਗ ਕੀ ਹੈ ਪਹਿਲਾਂ ਇਹ ਸਮਝ ਲੈਂਦੇ ਹਾਂ। ਵੀ ਪਲੈਨਡ ਟੂ ਵਿਜ਼ਿਟ ਡੈਸ਼ ਰੈੱਡ ਫੋਰਟ। ਅਸੀਂ ਜੋ ਹੈ ਲਾਲ ਕਿਲਾ ਜੋ ਹੈ ਵਿਜ਼ਿਟ ਕਰਨ ਦਾ ਜੋ ਹੈ ਪਲਾਨ ਬਣਾਇਆ ਠੀਕ ਹੈ। ਅਸੀਂ ਜੋ ਹੈ ਲਾਲ ਕਿਲਾ ਜੋ ਹੈ ਵਿਜ਼ਿਟ ਕਰਨ ਦਾ ਯਾਨੀ ਕਿ ਘੁੰਮਣ ਜਾਣ ਦਾ ਜੋ ਹੈ ਠੀਕ ਹੈ ਅਸੀਂ ਪਲਾਨ ਬਣਾਇਆ। ਤਾਂ ਹੁਣ ਜੋ ਰੈੱਡ ਫੋਰਟ ਹੈ ਯਾਨੀ ਕਿ ਲਾਲ ਕਿਲਾ ਹੈ ਠੀਕ ਹੈ ਇਹ ਜੋ ਹੈ ਇੱਕ ਖਾਸ ਇੱਕ ਥਾਂ ਦਾ ਇੱਕ ਖਾਸ ਇੱਕ ਪਲੇਸ ਦਾ ਨਾਂ ਹੈ। ਰੈੱਡ ਫੋਰਟ ਸਿਰਫ ਸਾਨੂੰ ਦਿੱਲੀ ਦੇ ਵਿੱਚ ਹੀ ਮਿਲੂਗਾ। ਇਹ ਸਾਨੂੰ ਪੰਜਾਬ ਦੇ ਅੰਦਰ ਜਾਂ ਹਰਿਆਣਾ ਦੇ ਅੰਦਰ ਜਾਂ ਕਿਸੇ ਵੀ ਹੋਰ ਥਾਂ 'ਤੇ ਇੰਡੀਆ ਦੇ ਵਿੱਚ ਜਾਂ ਦੁਨੀਆ ਦੇ ਵਿੱਚ ਸਾਨੂੰ ਜੋ ਹੈ ਰੈੱਡ ਫੋਰਟ ਹੋਰ ਜੋ ਹੈ ਨਹੀਂ ਮਿਲਦਾ। ਸਿਰਫ ਇੱਕ ਦਿੱਲੀ ਦੇ ਵਿੱਚ ਹੀ ਜੋ ਹੈ ਰੈੱਡ ਫੋਰਟ ਹੈ। ਇੱਕ ਖਾਸ ਥਾਂ ਨੂੰ ਇੱਕ ਖਾਸ ਇੱਕ ਪਲੇਸ ਨੂੰ ਸਪੈਸ਼ਲ ਪਲੇਸ ਨੂੰ ਰਿਪਰੈਜ਼ੈਂਟ ਕਰ ਰਿਹਾ ਹੈ। ਤੇ ਜਦ ਵੀ ਅਸੀਂ ਖਾਸ ਕਿਸੇ ਚੀਜ਼ ਬਾਰੇ ਗੱਲ ਕਰਾਂਗੇ ਤਾਂ ਉਸ ਤੋਂ ਪਹਿਲੇ ਅਗਰ ਅਸੀਂ ਆਰਟੀਕਲ ਯੂਜ਼ ਕਰਨਾ ਹੈ ਤਾਂ ਉਹ ਕਰਾਂਗੇ ਅਸੀਂ THE ਯਾਨੀ ਕਿ ਦਾ। We planned to visit the Red Fort। 8th ਹੈ ਜੀ girls will play in dash park near my house। ਹੁਣ ਤੁਸੀਂ ਇੱਥੇ ਕਹੋਗੇ ਵੀ ਜੋ ਪਾਰਕ ਹੈ ਉਸ ਦਾ ਜੋ ਪਹਿਲਾ ਜੋ ਵਰਡ ਹੈ ਉਹ ਹੈ ਪਹਿਲਾ ਜੋ ਉਸ ਦਾ ਲੈਟਰ ਹੈ ਯਾਨੀ ਕਿ ਅਲਫਾਬੈਟ ਹੈ ਪਾਰਕ ਦਾ ਉਹ P ਹੈ ਤੇ P ਜੋ ਹੈ ਉਹ ਕੌਨਸੋਨੈਂਟ ਹੈ ਤੇ ਇਸ ਦੇ ਬਾਵਜੂਦ ਅਸੀਂ ਜੋ ਹੈ ਇੱਥੇ ਦਾ ਯੂਜ਼ ਕਰ ਰਹੇ ਹਾਂ। ਦਾ ਯੂਜ਼ ਕਰਨ ਦਾ ਇੱਥੇ ਰੀਜ਼ਨ ਇਹ ਹੈ ਵੀ ਅਸੀਂ ਇੱਥੇ ਜੋ ਸਮਾਲ ਏ ਹੈ ਆਰਟੀਕਲ ਉਹਦਾ ਯੂਜ਼ ਕਿਉਂ ਨਹੀਂ ਕਰ ਰਹੇ ਹਾਂ ਜਦ ਕਿ P ਜੋ ਹੈ ਇੱਕ ਕੌਨਸੋਨੈਂਟ ਹੈ। ਰੀਜ਼ਨ ਇਹ ਹੈ ਕਿ ਇੱਥੇ ਇੱਕ ਖਾਸ ਜਗ੍ਹਾ ਦਾ ਖਾਸ ਥਾਂ ਦਾ ਜੋ ਹੈ ਸਪੈਸ਼ਲ ਪਲੇਸ ਦਾ ਜੋ ਹੈ ਮੈਂਸ਼ਨ ਕੀਤਾ ਗਿਆ ਹੈ। ਗਰਲਸ ਵਿਲ ਪਲੇ ਇਨ ਡੈਸ਼ ਪਾਰਕ ਨੀਅਰ ਮਾਈ ਹਾਊਸ। ਵੀ ਜੋ ਕੁੜੀਆਂ ਨੇ ਉਹ ਮੇਰੇ ਘਰ ਦੇ ਨਜ਼ਦੀਕ ਵਾਲਾ ਜੋ ਪਾਰਕ ਹੈ ਉੱਥੇ ਜੋ ਹੈ ਉਹ ਖੇਡ ਰਹੀਆਂ ਹੋਣਗੀਆਂ ਠੀਕ ਹੈ। ਤਾਂ ਇੱਥੇ ਜੋ ਮਤਲਬ ਪਾਰਕ ਦੱਸਿਆ ਗਿਆ ਹੈ ਨਾ ਉਸ ਦੇ ਨਾਲ ਇਹ ਵੀ ਜੋ ਹੈ ਡਿਫਾਈਨ ਕਰ ਦਿੱਤਾ ਗਿਆ ਹੈ ਵੀ ਉਹ ਮੇਰੇ ਘਰ ਦੇ ਨਜ਼ਦੀਕ ਵਾਲੇ ਪਾਰਕ ਦੇ ਵਿੱਚ ਖੇਡ ਰਹੀਆਂ ਹੋਣਗੀਆਂ ਠੀਕ ਹੈ। ਤਾਂ ਦੇਖੋ ਪਾਰਕ ਤਾਂ ਕਈ ਸਾਰੇ ਹੋ ਸਕਦੇ ਹੈ ਠੀਕ ਹੈ ਪਰ ਅਗਰ ਨਾਲ ਇਹ ਦੱਸ ਦਿੱਤਾ ਗਿਆ ਹੈ ਵੀ ਕੋਈ ਖਾਸ ਉਹ ਪਾਰਕ ਹੈ ਵੀ ਜੋ ਘਰ ਦੇ ਨੇੜੇ ਜੋ ਪਾਰਕ ਹੈ ਸਿਰਫ ਉसी ਪਾਰਕ ਦੀ ਗੱਲ ਹੋ ਰਹੀ ਹੈ ਤਾਂ ਇੱਥੇ ਇੱਕ ਖਾਸ ਪਾਰਕ ਦੀ ਗੱਲ ਹੋ ਰਹੀ ਹੈ ਜੋ ਕਿ ਮਤਲਬ ਜੋ ਵੀ ਇਸ ਸੈਂਟੈਂਸ ਨੂੰ ਬੋਲ ਰਿਹਾ ਹੈ ਉਸ ਦੇ ਘਰ ਦੇ ਨਜ਼ਦੀਕ ਜਿਹੜਾ ਪਾਰਕ ਹੈ ਤਾਂ ਇੱਥੇ ਇੱਕ ਖਾਸ ਪਾਰਕ ਦੀ ਜੋ ਹੈ ਮਤਲਬ ਮੈਂਸ਼ਨਿੰਗ ਕੀਤੀ ਗਈ ਹੈ ਜਾਂ ਇੱਕ ਖਾਸ ਪਾਰਕ ਬਾਰੇ ਜੋ ਹੈ ਦੱਸਿਆ ਗਿਆ ਹੈ। ਤਾਂ ਜਦ ਕਦੀ ਕਿਸੇ ਸਪੈਸ਼ਲ ਥਾਂ ਬਾਰੇ ਜਾਂ ਕਿਸੇ ਸਪੈਸ਼ਲ ਪਰਸਨ ਬਾਰੇ ਜਾਂ ਕਿਸੇ ਵੀ ਸਪੈਸ਼ਲ ਥਿੰਗ ਬਾਰੇ ਜੋ ਹੈ ਦੱਸਿਆ ਜਾਏਗਾ ਜੋ ਕਿ ਕੋਈ ਖਾਸ ਹੋਏਗੀ ਠੀਕ ਹੈ ਤਾਂ ਅਸੀਂ ਹਮੇਸ਼ਾ ਉਸ ਤੋਂ ਪਹਿਲਾਂ ਆਰਟੀਕਲ THE ਯਾਨੀ ਕਿ ਦਾ ਯੂਜ਼ ਕਰਾਂਗੇ।
ਇੱਥੇ ਜੋ ਪਾਰਕ ਹੈ ਉਹ ਮਤਲਬ ਘਰ ਦੇ ਨਜ਼ਦੀਕ ਵਾਲਾ ਪਾਰਕ ਹੈ, ਇੱਕ ਸਪੈਸ਼ਲ ਇੱਕ ਪਾਰਕ ਬਾਰੇ ਦੱਸਿਆ ਗਿਆ ਹੈ। ਗਰਲਸ ਵਿਲ ਪਲੇ ਇਨ ਦਾ ਪਾਰਕ ਨੀਅਰ ਮਾਈ ਹਾਊਸ, ਮੇਰੇ ਘਰ ਦੇ ਨਜ਼ਦੀਕ ਵਾਲੇ ਪਾਰਕ ਦੇ ਵਿੱਚ ਜੋ ਹੈ ਕੁੜੀਆਂ ਖੇਡ ਰਹੀਆਂ ਹੋਣਗੀਆਂ। ਗਰਲਸ ਵਿਲ ਪਲੇ ਇਨ ਦਾ ਪਾਰਕ ਨੀਅਰ ਮਾਈ ਹਾਊਸ, ਵੀ ਮੇਰੇ ਘਰ ਦੇ ਨਜ਼ਦੀਕ ਵਾਲੇ ਪਾਰਕ ਦੇ ਵਿੱਚ ਕੁੜੀਆਂ ਜੋ ਹੈ ਉਹ ਖੇਡਣਗੀਆਂ, ਇਸ ਤਰ੍ਹਾਂ ਵੀ ਅਸੀਂ ਸਮਝ ਸਕਦੇ ਹਾਂ। ਚਲੋ ਅੱਗੇ ਹੁਣ ਅਸੀਂ ਵੇਖ ਲੈਂਦੇ ਹਾਂ ਜੀ। नेक्स्ट है लिसन स्पीक एंड इंजॉय। लिसन यानी कि सुनना, स्पीक यानी कि बोलना, इंजॉय यानी कि इंजॉय करना। ਇਸ ਦੇ ਵਿੱਚ ਦੱਸਿਆ ਗਿਆ ਹੈ ਟੀਚਰ ਵਿਲ ਇਨਕਰੇਜ ਦ ਸਟੂਡੈਂਟਸ ਟੂ ਪ੍ਰੈਕਟਿਸ ਫੋਲੋਇੰਗ ਕਨਵਰਜ਼ੇਸ਼ਨ, ਵੀ ਜੋ ਟੀਚਰ ਹੈ ਉਹ ਜੋ ਹੈ ਇੱਦਾਂ ਦੀ ਕਨਵਰਜ਼ੇਸ਼ਨ ਨੂੰ ਯਾਨੀ ਕਿ ਇੱਦਾਂ ਦੀ ਗੱਲਬਾਤ ਨੂੰ ਜੋ ਹੈ ਇਨਕਰੇਜ ਯਾਨੀ ਕਿ ਕਰਨ ਵਾਸਤੇ ਜੋ ਹੈ ਸਟੂਡੈਂਟਸ ਨੂੰ ਕਹੇਗਾ। ਤਾਂ ਇਹ ਜੋ ਹੈ ਅਸੀਂ ਦੇਖ ਲੈਂਦੇ ਹਾਂ। ਹਾਈ ਗੁਰਪ੍ਰੀਤ, ਹਾਊ ਆਰ ਯੂ। ਤਾਂ ਜੋ ਫਰਸਟ ਵਾਲੀ ਜੋ ਗਰਲ ਹੈ ਉਹ ਸੈਕਿੰਡ ਵਾਲੀ ਗਰਲ ਨੂੰ ਕਹਿ ਰਹੀ ਹੈ ਵੀ ਹਾਈ ਗੁਰਪ੍ਰੀਤ, ਹਾਊ ਆਰ ਯੂ ਦਾ ਮੀਨਿੰਗ ਹੁੰਦਾ ਹੈ ਵੀ ਤੁਹਾਡਾ ਮਤਲਬ ਜੋ ਹੈ ਕੀ ਹਾਲ ਹੈ। ਤੇ ਇਸ ਤੋਂ ਬਾਅਦ ਫਰਸਟ ਵਾਲੀ ਦੇਖੋ ਜੋ ਸੈਕਿੰਡ ਵਾਲੀ ਗਰਲ ਹੈ ਉਸਨੇ ਆਨਸਰ ਦਿੱਤਾ ਹੈ ਆਈ ਐਮ ਫਾਈਨ ਥੈਂਕ ਯੂ, ਵੀ ਮੈਂ ਤਾਂ ਜੋ ਹੈ ਉਹ ਠੀਕ ਹਾਂ ਤੇ ਪੁੱਛਣ ਵਾਸਤੇ ਧੰਨਵਾਦ। ਤੇ ਫਿਰ ਜੋ ਫਰਸਟ ਵਾਲੀ ਗਰਲ ਹੈ ਯਾਨੀ ਕਿ ਜੋ ਪਹਿਲੀ ਵਾਲੀ ਜੋ ਕੁੜੀ ਹੈ ਉਹ ਪੁੱਛਦੀ ਹੈ ਵਟ ਆਰ ਯੂ ਡੂਇੰਗ, ਵੀ ਤੁਸੀਂ ਕੀ ਕਰ ਰਹੇ ਹੋ। ਸੈਕਿੰਡ ਵਾਲੀ ਜੋ ਗਰਲ ਹੈ ਉਹ ਆਨਸਰ ਦਿੰਦੀ ਹੈ ਆਈ ਐਮ ਰੀਡਿੰਗ ਅ ਸਟੋਰੀ ਬੁੱਕ, ਮੈਂ ਜੋ ਹੈ ਇੱਕ ਕਹਾਣੀਆਂ ਵਾਲੀ ਜੋ ਕਿਤਾਬ ਹੈ ਉਸਨੂੰ ਜੋ ਹੈ ਰੀਡ ਕਰ ਰਹੀ ਹਾਂ ਯਾਨੀ ਕਿ ਪੜ੍ਹ ਰਹੀ ਹਾਂ। ਆਈ ਐਮ ਰੀਡਿੰਗ ਅ ਸਟੋਰੀ ਬੁੱਕ ਯਾਨੀ ਕਿ ਮੈਂ ਜੋ ਹੈ ਇੱਕ ਕਹਾਣੀਆਂ ਵਾਲੀ ਜੋ ਕਿਤਾਬ ਹੈ ਉਸਨੂੰ ਜੋ ਹੈ ਪੜ੍ਹ ਰਹੀ ਹਾਂ। ਲੈਟਸ ਰੀਡ, ਇਹਨਾਂ ਵਰਡਸ ਨੂੰ ਸਾਨੂੰ ਜੋ ਹੈ ਉੱਚੀ ਦੇ ਕੇ ਜੋ ਹੈ ਉਹ ਰੀਡ ਕਰਨਾ ਹੈ ਯਾਨੀ ਕਿ ਪੜ੍ਹਨਾ ਹੈ। ਰੀਡ ਅਲਾਊਡ ਦਾ ਫੋਲੋਇੰਗ ਵਰਡਸ, ਸਾਨੂੰ ਕੁਝ ਨੀਚੇ ਵਰਡਸ ਦਿੱਤੇ ਗਏ हैं, ਸਾਨੂੰ ਇਹਨਾਂ ਵਰਡਸ ਨੂੰ ਉੱਚੀ ਜੋ ਹੈ ਦੇ ਕੇ ਜੋ ਹੈ ਪੜ੍ਹਨਾ ਹੈ। ਹਾਂਜੀ, ਪਹਿਲਾ ਵਰਡ ਹੈ फाइट, अगला वर्ड है लाइट, अगला वर्ड है माइट, अगला जो नेक्स्ट जो वर्ड है वो है राइट, फिर है टाइट, नाइट, ब्राइट, साइट। ਤਾਂ ਉੱਚੀ ਦੇ ਕੇ ਅਸੀਂ ਪੜ੍ਹਨਾ ਸੀ, ਮੈਂ ਜੋ ਹੈ ਉਹ ਤੁਹਾਨੂੰ ਪੜ੍ਹ ਕੇ ਸੁਣਾ ਦਿੱਤਾ ਹੈ। ਇੱਦਾਂ ਹੀ ਤੁਸੀਂ ਜੋ ਹੈ ਆਪਣੀ ਪ੍ਰੈਕਟਿਸ ਕਰਨੀ ਹੈ ਪੜ੍ਹ ਕੇ, ਠੀਕ ਹੈ। ਹਾਂਜੀ, ਨੀਚੇ ਜੋ ਹੈ ਸਾਨੂੰ ਹੁਣ ਥੱਲੇ ਇਹਨਾਂ ਨੇ ਦੇ ਰੱਖਿਆ ਹੈ ਲੈਟਸ ਰਾਈਟ, ਸਾਨੂੰ ਜੋ ਹੈ ਇਸ ਪਿਕਚਰ ਦੇ ਬਾਰੇ ਕੁਝ ਲਿਖਣਾ ਹੈ। ਤਾਂ ਦੇਖ ਲੈਂਦੇ ਹਾਂ ਜੀ ਇਸ ਪਿਕਚਰ ਦੇ ਵਿੱਚ ਸਾਨੂੰ ਕੀ ਕੁਝ ਦਿੱਤਾ ਗਿਆ ਹੈ। use the words given below to complete the following sentences। ਸਾਡੇ ਕੋਲ ਇਸ ਪਿਕਚਰ ਦੇ ਵਿੱਚ ਕੁਝ ਵਰਡਸ ਦਿੱਤੇ ਗਏ ਨੇ ਤੇ ਇਹਨਾਂ ਵਰਡਸ ਨੂੰ ਸਾਨੂੰ ਜੋ ਹੈ ਯੂਜ਼ ਕਰਨਾ ਹੈ। ਨੀਚੇ ਸੈਂਟੈਂਸਸ ਦਿੱਤੇ ਗਏ ਹੈ ਉਹਨਾਂ ਨੂੰ ਸਾਨੂੰ ਇਹਨਾਂ ਵਰਡਸ ਦਾ ਯੂਜ਼ ਕਰਕੇ ਕੰਪਲੀਟ ਕਰਨਾ ਹੈ। ਹਾਂਜੀ, ਤਾਂ ਪਿਕਚਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੱਕ ਸਾਨੂੰ ਜੋ ਹੈ ਡੋਗੀ ਦਿਖਾਇਆ ਗਿਆ ਹੈ ਜਾਂ ਡੋਗੀ ਦਾ ਜੋ ਬੱਚਾ ਹੈ ਇੱਦਾਂ ਕਹਿ ਸਕਦੇ ਹਾਂ, ਇੱਕ ਡੋਗੀ ਦਾ ਬੱਚਾ ਦਿਖਾਇਆ ਗਿਆ ਹੈ। ਤੇ ਵਰਡਸ ਹੈ ਸਾਡੇ ਕੋਲ ਇਟ ਹੈ, ਪਲੇ ਹੈ, ਬਲੈਕ ਹੈ, ਫੇਥਫੁਲ ਹੈ, ਕਾਲੂ ਹੈ। ਜੋ ਫੇਥਫੁਲ ਵਰਡ ਹੈ ਇਸ ਦਾ ਮੀਨਿੰਗ ਹੁੰਦਾ ਹੈ ਵਫਾਦਾਰ। ਫੇਥਫੁਲ ਵਰਡ ਦਾ ਮੀਨਿੰਗ ਹੁੰਦਾ ਹੈ ਵਫਾਦਾਰ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਜੋ ਡੌਗਸ ਨੇ ਉਹ ਬੜੇ ਹੀ ਫੇਥਫੁਲ ਹੁੰਦੇ ਹੈ, ਯਾਨੀ ਕਿ ਉਹ ਆਪਣੇ ਮਾਲਕ ਵਾਸਤੇ ਬੜੇ ਹੀ ਵਫਾਦਾਰ ਹੁੰਦੇ ਨੇ। ਹਾਂਜੀ, ਤਾਂ ਸਾਡੇ ਕੋਲ ਜੋ ਹੈ ਨੀਚੇ ਕੁਝ ਸੈਂਟੈਂਸਸ ਦਿੱਤੇ ਗਏ ਸੀ, ਮੈਂ ਇਹਨਾਂ ਨੂੰ ਪਹਿਲਾਂ ਹੀ ਫਿਲ ਕਰ ਰੱਖਿਆ, ਤੁਸੀਂ ਵੇਖ ਸਕਦੇ ਹੋ। ਫਰਸਟ ਸੈਂਟੈਂਸ ਸੀ ਦਿਸ ਇਜ਼ ਮਾਈ ਪੈਟ। ਪੈਟ ਹੁੰਦਾ ਹੈ ਵੀ ਜਿਸ ਨੂੰ ਜਾਨਵਰ ਨੂੰ ਅਸੀਂ ਆਪਣੇ ਘਰੇ ਜੋ ਹੈ ਪਾਲਦੇ ਹਾਂ, ਠੀਕ ਹੈ, ਉਸ ਵਾਸਤੇ ਅਸੀਂ ਪੈਟ ਵਰਡ ਯੂਜ਼ ਕਰਦੇ ਹਾਂ। ਇਹ ਕਿਸੇ ਕੈਟ ਵਾਸਤੇ ਵੀ ਹੋ ਸਕਦਾ ਹੈ, ਬਿੱਲੀ ਵਾਸਤੇ, ਕੁੱਤੇ ਵਾਸਤੇ ਜਾਂ ਕੋਈ ਹੋਰ ਅਗਰ ਜਾਨਵਰ ਅਸੀਂ ਘਰੇ ਜੋ ਹੈ ਉਸ ਨੂੰ ਪਾਲਦੇ ਹਾਂ ਤਾਂ ਉਹਦੇ ਵਾਸਤੇ ਜੋ ਵਰਡ ਯੂਜ਼ ਹੁੰਦਾ ਹੈ ਉਸ ਵਰਡ ਨੂੰ ਆਪਾਂ ਕਹਿੰਦੇ ਹਾਂ ਪੈਟ, ਠੀਕ ਹੈ। ਦਿਸ ਇਜ਼ ਮਾਈ ਪੈਟ ਵੀ ਇਹ ਮੇਰਾ ਜੋ ਹੈ ਇੱਕ ਪਾਲਤੂ ਜੋ ਹੈ ਇੱਕ ਜਾਨਵਰ ਹੈ, ਠੀਕ ਹੈ, ਘਰ ਦੇ ਵਿੱਚ ਜੋ ਅਸੀਂ ਪਾਲਦੇ ਹਾਂ ਜਾਨਵਰ, ਪਾਲਤੂ ਜਾਨਵਰ।
ਦਿਸ ਇਜ਼ ਮਾਈ ਪੈਟ। ਸੈਕਿੰਡ ਹੈ ਇਟਸ ਨੇਮ ਇਜ਼। ਹੁਣ ਸਾਨੂੰ ਜੋ ਹੈ ਇਸ ਪਿਕਚਰ ਦੇ ਵਿੱਚ ਜੋ ਵਰਡਸ ਦਿੱਤੇ ਗਏ ਹੈ, ਇਟ, ਬਲੈਕ, ਪਲੇ, ਫੇਥਫੁਲ, ਕਾਲੂ, ਇਹਨਾਂ ਪੰਜਾਂ ਵਰਡਾਂ ਦੇ ਵਿੱਚੋਂ ਦੇਖਣਾ ਹੈ ਵੀ ਜੋ ਸੈਕਿੰਡ ਜੋ ਸੈਂਟੈਂਸ ਹੈ ਇਟਸ ਨੇਮ ਇਜ਼, ਹੁਣ ਇਹਦਾ ਜੋ ਨਾਂ ਹੈ ਉਹ ਨਾਂ ਜੋ ਹੈ ਨਾ ਤਾਂ ਇਟ ਹੋ ਸਕਦਾ ਹੈ, ਨਾ ਬਲੈਕ ਹੋ ਸਕਦਾ ਹੈ, ਨਾ ਪਲੇ ਹੋ ਸਕਦਾ ਹੈ, ਨਾ ਫੇਥਫੁਲ ਹੋ ਸਕਦਾ ਹੈ, ਹਾਂ ਬਟ ਕਾਲੂ ਹੋ ਸਕਦਾ ਹੈ, ਕਿਉਂਕਿ ਕਾਲੂ ਜੋ ਹੈ ਇੱਕ ਨਾਂ ਹੈ। ਅਸੀਂ ਕਈ ਵਾਰ ਕਹਿ ਦਿੰਦੇ ਹੁੰਦੇ ਹਾਂ, ਕੁਝ ਇੱਕ ਬੱਚਿਆਂ ਦਾ ਨਾਂ ਵੀ ਹੁੰਦਾ ਹੈ, ਠੀਕ ਹੈ ਵੀ ਮਤਲਬ ਘਰ ਦਾ ਨਾਂ ਹੁੰਦਾ ਹੈ, ਆਮ ਤੌਰ 'ਤੇ ਅਸੀਂ ਕਈ ਵਾਰ ਜੋ ਹੈ ਯੂਜ਼ ਕਰ ਲੈਂਦੇ ਹੁੰਦੇ ਹਾਂ। ਇੱਦਾਂ ਹੀ ਇੱਕ ਡੌਗ ਦਾ ਜੋ ਹੈ ਨਾਂ ਰੱਖਿਆ ਹੋਇਆ ਹੈ ਕਾਲੂ, ਠੀਕ ਹੈ। ਤਾਂ ਸੈਕਿੰਡ ਜੋ ਸੈਂਟੈਂਸ ਸੀ ਇਟਸ ਨੇਮ ਇਜ਼ ਕਾਲੂ। ਥਰਡ ਹੈ ਇਟ ਇਜ਼ ਡੈਸ਼ ਇਨ ਕਲਰ। ਤਾਂ ਕਲਰ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਸਾਡੇ ਕੋਲ ਹੁਣ ਜੋ ਇਹ 5 ਵਰਡਸ ਹੈ, ਇਹਨਾਂ ਦੇ ਵਿੱਚ ਪਲੇ, ਬਲੈਕ, ਇਟ, ਫੇਥਫੁਲ, ਕਾਲੂ। ਤਾਂ ਕਲਰ ਬਾਰੇ ਤਾਂ ਇੱਕੋ ਹੀ ਵਰਡ ਦੱਸ ਰਿਹਾ ਹੈ ਬਲੈਕ, ਅਤੇ ਨਾਲੇ ਵੇਖਣ ਨਾਲ ਸਾਨੂੰ ਪਤਾ ਵੀ ਚੱਲ ਰਿਹਾ ਹੈ ਵੀ ਜੋ ਇਹ ਡੌਗ ਹੈ ਇਹ ਜੋ ਹੈ ਬਲੈਕ ਕਲਰ ਦਾ ਹੈ, ਠੀਕ ਹੈ, ਕਾਲੇ ਰੰਗ ਦਾ ਹੈ। ਤਾਂ ਅਸੀਂ ਲਿਖਾਂਗੇ ਇਟ ਇਜ਼ ਬਲੈਕ ਇਨ ਕਲਰ, ਵੀ ਇਹਦਾ ਜੋ ਰੰਗ ਹੈ ਉਹ ਕਾਲਾ ਹੈ। ਫੋਰਥ ਹੈ ਆਈ ਡੈਸ਼ ਵਿਦ ਇਟ। ਤਾਂ ਮਤਲਬ ਮੈਂ ਜੋ ਹੈ ਇਸ ਦੇ ਨਾਲ ਖੇਡਦਾ ਹਾਂ। ਤਾਂ ਖੇਡਣ ਦੀ ਜੋ ਇੰਗਲਿਸ਼ ਹੁੰਦੀ ਹੈ ਉਹ ਹੁੰਦੀ ਹੈ ਪਲੇ। ਆਈ ਪਲੇ ਵਿਦ ਇਟ। ਹਾਂਜੀ, ਪੰਜਵਾਂ ਹੈ ਡੈਸ਼ ਇਜ਼ ਵੈਰੀ ਫੇਥਫੁਲ। ਤਾਂ ਸਾਡੇ ਕੋਲ 2 ਹੀ ਵਰਡ ਰਹਿ ਗਏ ਸੀ, ਇੱਕ ਤਾਂ ਇਟ ਰਹਿ ਗਿਆ ਹੈ ਤੇ ਇੱਕ ਫੇਥਫੁਲ ਰਹਿ ਗਿਆ ਹੈ। ਅਸੀਂ ਲਿਖਾਂਗੇ ਇਟ ਇਜ਼ ਵੈਰੀ ਫੇਥਫੁਲ, ਵੀ ਜੋ ਇਹ ਕਾਲੂ ਨਾਂ ਦਾ ਜੋ ਪੈਟ ਹੈ ਉਹ ਬੜਾ ਹੀ ਵਫਾਦਾਰ ਹੈ। ਜੋ ਡੌਗਸ ਹੁੰਦੇ हैं ਉਹ ਮਾਲਕ ਦੇ ਵਾਸਤੇ ਹਮੇਸ਼ਾ ਜੋ ਹੈ ਉਹ ਫੇਥਫੁਲ ਹੁੰਦੇ ਹੈ, ਕਾਫੀ ਵਫਾਦਾਰ ਹੁੰਦੇ ਹੈ। ਇਟ ਇਜ਼ ਵੈਰੀ ਫੇਥਫੁਲ। ਤਾਂ ਇੱਦਾਂ ਅਸੀਂ ਜੋ ਹੈ ਇਸ ਨੂੰ ਫਿਲ ਕਰਨਾ ਸੀ। ਹਾਂਜੀ, ਵੈਲਿਊ ਆਈ ਲਰਨਡ, ਵੀ ਇਸ ਲੈਸਨ ਤੋਂ ਮੈਂ ਕੀ ਕੁਝ ਜੋ ਹੈ ਵੈਲਿਊਜ਼ ਸਿੱਖੀਆਂ ਨੇ। ਟਰਸਟ ਇਨ ਗੋਡ ਐਜ਼ ਹੀ ਇਜ਼ ਆਲਵੇਜ਼ ਦੇਅਰ ਇਨ ਆਵਰਸ ਆਫ ਨੀਡ। ਇਸ ਤੋਂ ਜੋ ਅਸੀਂ ਵੈਲਿਊ ਸਿੱਖੀ ਹੈ ਉਹ ਇਹ ਹੈ ਵੀ ਸਾਨੂੰ ਹਮੇਸ਼ਾ ਜੋ ਹੈ ਉਹ ਗੋਡ ਦੇ ਉੱਪਰ ਯਾਨੀ ਕਿ ਪਰਮਾਤਮਾ ਦੇ ਉੱਪਰ ਜੋ ਹੈ ਟਰਸਟ ਯਾਨੀ ਕਿ ਵਿਸ਼ਵਾਸ ਰੱਖਣਾ ਚਾਹੀਦਾ ਹੈ, ਕਿਉਂਕਿ ਜਦ ਵੀ ਸਾਨੂੰ ਜ਼ਰੂਰਤ ਪਏਗੀ ਯਾਨੀ ਕਿ ਸਾਡੇ ਉੱਪਰ ਜੋ ਹੈ ਔਖਾ ਸਮਾਂ ਆਉਂਦਾ ਹੈ ਤਾਂ ਉਹ ਜੋ ਹੈ ਹਮੇਸ਼ਾ ਸਾਡੀ ਜੋ ਹੈ ਹੈਲਪ ਕਰਦੇ ਨੇ, ਮਦਦ ਕਰਦੇ ਨੇ। ਇਹ ਸਾਨੂੰ ਇਸ ਚੈਪਟਰ ਦੇ ਰਾਹੀਂ ਕਿਵੇਂ ਸਮਝਾਇਆ ਗਿਆ ਸੀ ਵੀ ਜਦੋਂ ਜੋ ਸ਼ੂ ਮੇਕਰ ਸੀ, ਜੋ ਮੋਚੀ ਸੀ, ਉਹ ਕਾਫੀ ਗਰੀਬ ਸੀ ਅਤੇ ਜਦ ਉਸਨੇ ਸੌਣ ਤੋਂ ਪਹਿਲਾਂ ਰਾਤ ਨੂੰ ਦੁਖੀ ਹੋ ਕੇ ਪਰਮਾਤਮਾ ਨੂੰ ਅਰਦਾਸ ਕੀਤੀ ਵੀ ਮੇਰੀ ਹੈਲਪ ਕਰੋ, ਤਾਂ ਜੋ ਪਰਮਾਤਮਾ ਸੀ ਉਸਨੇ ਜੋ ਹੈ 2 ਫਰਿਸ਼ਤੇ ਕਹਿ ਸਕਦੇ ਹਾਂ, ਠੀਕ ਹੈ, ਜਿਹੜੇ ਉਹ 2 ਬੋਣੇ ਸੀ ਐਲਵਸ, ਉਹਨਾਂ ਨੂੰ ਜੋ ਹੈ ਭੇਜਿਆ ਅਤੇ ਉਹਨਾਂ ਨੇ ਕਿਵੇਂ ਜੋ ਹੈ ਹਰ ਰਾਤ ਨੂੰ ਆ ਕੇ ਜੋ ਚਮੜਾ ਉਹ ਕੱਟਦਾ ਹੁੰਦਾ ਸੀ ਲੈਦਰ, ਉਸ ਨੂੰ ਜੋ ਹੈ ਉਹ ਇੱਕ ਬਹੁਤ ਹੀ ਵਧੀਆ ਸ਼ੂਜ਼ ਦੇ ਵਿੱਚ ਯਾਨੀ ਕਿ ਜੁੱਤੇ ਦੇ ਵਿੱਚ ਜੋ ਹੈ ਉਹ ਕਨਵਰਟ ਕਰਕੇ ਬਦਲ ਕੇ ਚਲੇ ਜਾਂਦੇ ਸੀ, ਬਣਾ ਕੇ ਚਲੇ ਜਾਂਦੇ ਸੀ। ਅਤੇ ਉਹਨਾਂ ਜੁੱਤਿਆਂ ਨੂੰ ਵੇਚ ਕੇ ਜੋ ਹੈ ਉਹ ਸ਼ੂ ਮੇਕਰ ਹੌਲੀ ਹੌਲੀ ਜੋ ਹੈ ਉਹ ਰਿਚ ਹੋ ਗਿਆ ਯਾਨੀ ਕਿ ਅਮੀਰ ਹੋ ਗਿਆ। ਤਾਂ ਇੱਦਾਂ ਜੋ ਸ਼ੂ ਮੇਕਰ ਨੇ ਜਦੋਂ ਪਰਮਾਤਮਾ ਅੱਗੇ ਅਰਦਾਸ ਕੀਤੀ ਤਾਂ ਉਸ ਦੀ ਸ਼ੂ ਮੇਕਰ ਦੀ ਹੈਲਪ ਵਾਸਤੇ ਪਰਮਾਤਮਾ ਨੇ, ਗੋਡ ਨੇ ਜੋ ਹੈ 2 ਐਲਵਸ ਨੂੰ ਫਰਿਸ਼ਤਿਆਂ ਦੇ ਤੌਰ 'ਤੇ ਜੋ ਹੈ ਭੇਜਿਆ ਉਸ ਦੀ ਹੈਲਪ ਕਰਨ ਵਾਸਤੇ। ਟੀਚਰ ਵਿਲ ਡਿਸਕਸ ਦਾ ਇੰਪੋਰਟੈਂਸ ਆਫ ਪ੍ਰੇਅਰ ਇਨ ਆਵਰ ਡੇਲੀ ਲਾਈਫ। ਇਸ ਤੋਂ ਅਸੀਂ ਜੋ ਸਵੇਰ ਵੇਲੇ ਜੋ ਅਸੀਂ ਪ੍ਰੇਅਰ ਕਰਦੇ ਹਾਂ ਉਸ ਦੀ ਇੰਪੋਰਟੈਂਸ ਸਮਝ ਸਕਦੇ ਹਾਂ। ਸੈਕਿੰਡ ਹੈ ਕਿ ਸਟੂਡੈਂਟਸ ਕੈਨ ਨਰੇਟ ਐਨ ਇੰਸੀਡੈਂਟ ਵੈਨ ਦੇ ਹੈਵ ਹੈਲਪਡ ਐਨੀ ਵਨ, ਵੀ ਸਟੂਡੈਂਟਸ ਜੋ ਹੈ ਕੋਈ ਇੱਕ ਇੱਦਾਂ ਦਾ ਇੰਸੀਡੈਂਟ ਯਾਨੀ ਕਿ ਕੋਈ ਇੱਦਾਂ ਦੀ ਜੋ ਹੈ ਘਟਨਾ ਬਾਰੇ ਦੱਸ ਸਕਦੇ ਨੇ ਕਲਾਸ ਦੇ ਵਿੱਚ ਜਦੋਂ ਉਹਨਾਂ ਨੇ ਵੀ ਜੋ ਹੈ ਕਦੀ ਕਿਸੇ ਦੀ ਹੈਲਪ ਕੀਤੀ ਹੋਏ। ਵੈਨ ਦੇ ਹੈਵ ਹੈਲਪਡ ਐਨੀ ਵਨ, ਵੀ ਸਟੂਡੈਂਟਸ ਨੇ ਕਦੀ ਕਿਸੇ ਦੀ ਹੈਲਪ ਕੀਤੀ ਹੋਏ, ਉਹ ਵਾਲੀ ਘਟਨਾ ਬਾਰੇ ਜੋ ਹੈ ਕਲਾਸ ਦੇ ਵਿੱਚ ਦੱਸ ਸਕਦੇ ਨੇ। ਨੈਕਸਟ ਇੱਕ ਐਕਟੀਵਿਟੀ ਦਿੱਤੀ ਗਈ ਹੈ, ਪ੍ਰੀਪੇਅਰ ਯੂਅਰ ਆਈਡੈਂਟੀਟੀ ਕਾਰਡ ਬਾਏ ਰਾਈਟਿੰਗ ਪ੍ਰੋਪਰ ਨਾਊਨਸ। ਪ੍ਰੋਪਰ ਨਾਊਨਸ ਬਾਰੇ ਅਸੀਂ ਪਹਿਲਾਂ ਹੀ ਪੜ੍ਹਿਆ ਹੈ ਵੀ ਜੋ ਖਾਸ ਪਰਸਨ ਵਾਸਤੇ, ਕਿਸੇ ਖਾਸ ਥਾਂ ਵਾਸਤੇ ਜਾਂ ਕਿਸੇ ਖਾਸ ਜਾਨਵਰ ਵਾਸਤੇ ਜੋ ਵੀ ਨਾਊਨਸ ਅਸੀਂ ਯੂਜ਼ ਕਰਦੇ ਹਾਂ ਉਹਨਾਂ ਨੂੰ ਪ੍ਰੋਪਰ ਨਾਊਨਸ ਕਹਿੰਦੇ ਹਾਂ। ਅਤੇ ਪ੍ਰੋਪਰ ਨਾਊਨਸ ਦੀ ਖਾਸੀਅਤ ਕੀ ਹੈ ਕਿ ਇਹਨਾਂ ਦੇ ਜੋ ਵਰਡਸ ਹੈ ਉਹ ਹਮੇਸ਼ਾ ਕੈਪੀਟਲ ਲੈਟਰ ਤੋਂ ਸਟਾਰਟ ਹੁੰਦੇ ਹੈ। ਟੇਕ ਆ ਪੀਸ ਆਫ ਚਾਰਟ ਪੇਪਰ, ਵੀ ਇੱਕ ਚਾਰਟ ਪੇਪਰ ਦਾ ਇੱਕ ਪੀਸ ਲਓ, ਪੇਸਟ ਯੂਅਰ ਪਿਕਚਰ ਔਨ ਇਟ, ਦੇਖ ਸਕਦੇ ਹੋ ਤੁਸੀਂ ਪਿਕਚਰ ਵਾਸਤੇ ਜਗ੍ਹਾ ਦਿੱਤੀ ਗਈ ਹੈ।
ਪੇਸਟ ਯੋਰ ਪਿਕਚਰ ਔਨ ਇਟ, ਵੀ ਆਪਣੀ ਜੋ ਫੋਟੋ ਹੈ ਜਾਂ ਪਿਕਚਰ ਹੈ ਉਸਨੂੰ ਉੱਥੇ ਉਸ 'ਤੇ ਜੋ ਹੈ ਚਾਰਟ ਪੇਪਰ 'ਤੇ ਜੋ ਹੈ ਚਿਪਕਾਓ। ਰਾਈਟ ਡਾਊਨ ਦਾ ਡਿਟੇਲਸ ਐਜ਼ ਸ਼ੋਨ, ਤੇ ਆਪਣੇ ਡਿਟੇਲਸ ਬਾਰੇ ਜੋ ਹੈ ਉਸ 'ਤੇ ਲਿਖੋ। ਡਿਟੇਲਸ ਕੀ ਨੇ? ਜੋ ਆਇਡੈਂਟੀਟੀ ਕਾਰਡ ਤੁਹਾਡਾ ਹੁੰਦਾ ਹੈ ਨਾ ਸਕੂਲ ਦਾ ਜਿਵੇਂ, ਤਾਂ ਇੱਥੇ ਵੀ ਜੋ ਹੈ ਉਹ ਡਿਟੇਲਸ ਬਾਰੇ ਜੋ ਹੈ ਦੱਸਿਆ ਗਿਆ ਹੈ। ਨੇਮ, ਫਾਦਰਸ ਨੇਮ, ਮਦਰਸ ਨੇਮ, ਡੇਟ ਆਫ ਬਰਥ, ਕਲਾਸ, ਸਕੂਲ, ਮੋਬਾਈਲ ਨੰਬਰ, ਐਡਰੈਸ। ਅਟੈਚ ਏ ਸਟਰਿੰਗ ਟੂ ਇਟ, ਵੀ ਇਸ ਦੇ ਵਿੱਚ ਇੱਕ ਧਾਗਾ ਪਾਓ। ਐਂਡ ਯੂਜ਼ ਇਟ ਐਜ਼ ਯੂਅਰ ਆਇਡੈਂਟੀਟੀ ਕਾਰਡ, ਤੇ ਇਸ ਨੂੰ ਜੋ ਹੈ ਆਪਣੇ ਆਇਡੈਂਟੀਟੀ ਕਾਰਡ ਵਜੋਂ ਜੋ ਹੈ ਯੂਜ਼ ਕਰ ਸਕਦੇ ਹੋ। ਠੀਕ ਹੈ, ਹਾਂਜੀ। ਇਹ ਮੈਂ ਇਸ ਕਰਕੇ ਨਹੀਂ ਕਰਵਾਇਆ ਤੁਹਾਨੂੰ, ਜਾਂ ਇੱਥੇ ਫਿਲ ਮੈਂ ਆਇਡੈਂਟੀਟੀ ਕਾਰਡ ਤਾਂ ਨਹੀਂ ਕੀਤਾ ਹੈ ਕਿਉਂਕਿ ਹਰ ਇੱਕ ਸਟੂਡੈਂਟ ਦਾ ਜੋ ਨੇਮ ਹੈ, ਉਸਦੇ ਫਾਦਰ ਦਾ ਨੇਮ ਹੈ, ਮਦਰ ਦਾ ਨੇਮ ਹੈ, ਡੇਟ ਆਫ ਬਰਥ ਹੈ, ਕਲਾਸ ਹੈ, ਸਕੂਲ ਹੈ, ਮੋਬਾਈਲ ਨੰਬਰ ਹੈ, ਐਡਰੈਸ ਹੈ, ਇਹ ਸਾਰੇ ਵੱਖ-ਵੱਖ ਹੋਣਗੇ। ਠੀਕ ਹੈ, ਤਾਂ ਕਲਾਸ ਤਾਂ ਚਲੋ ਤੁਹਾਡੀ ਸਾਰਿਆਂ ਦੀ 5th ਕਲਾਸ ਹੈ। ਬਾਕੀ ਹੋਰ ਚੀਜ਼ਾਂ ਨੇ, ਨੇਮ, ਫਾਦਰਸ ਨੇਮ, ਮਦਰਸ ਨੇਮ, ਡੇਟ ਆਫ ਬਰਥ, ਸਕੂਲ, ਮੋਬਾਈਲ ਨੰਬਰ, ਐਡਰੈਸ, ਇਹ ਸਾਰੇ ਹੀ ਸਟੂਡੈਂਟਸ ਦਾ ਵੱਖ-ਵੱਖ ਇੱਥੇ ਜੋ ਹੈ ਆਪਣਾ ਆਪਣਾ ਜੋ ਹੈ ਉਹ ਫਿਲ ਹੋਣਾ ਹੈ, ਤੇ ਫੋਟੋ ਵੀ ਜੋ ਹੈ ਸਭ ਦੀ ਵੱਖ-ਵੱਖ ਜੋ ਹੈ ਉਹ ਲੱਗਣੀ ਹੈ। ਤਾਂ ਕਰਕੇ ਜੋ ਹੈ ਮੈਂ ਤੁਹਾਨੂੰ ਨਹੀਂ ਕਰਵਾਇਆ ਹੈ, ਪਰ ਤੁਸੀਂ ਇਸ ਨੂੰ ਕਿੱਦਾਂ ਕਰਨਾ ਹੈ ਮੈਂ ਸਮਝਾ ਦਿੱਤਾ ਹੈ, ਤਾਂ ਤੁਸੀਂ ਆਪਣੇ ਆਪ ਜੋ ਹੈ ਇਸ ਨੂੰ ਕਰ ਸਕਦੇ ਹੋ। ਲਾਸਟ, ਹਾਂਜੀ, ਇਹਨਾਂ ਨੇ ਲਿਖਿਆ ਹੈ ਥਿੰਕ ਓਵਰ ਇਟ, ਵੀ ਇਸ ਬਾਰੇ ਵੀ ਜੋ ਹੈ ਸੋਚੋ, ਇਸ ਬਾਰੇ ਵੀ ਜੋ ਹੈ ਸੋਚੋ। ਹਾਂਜੀ, ਤਾਂ ਇਹਨਾਂ ਨੇ ਕੀ ਲਿਖਿਆ ਹੈ? ਸ਼ੂਜ਼ ਪ੍ਰੋਵਾਈਡ ਅਸ ਪ੍ਰੋਟੈਕਸ਼ਨ ਐਂਡ ਵਾਰਮਥ। ਦੇਖੋ, ਪ੍ਰੋਟੈਕਸ਼ਨ ਕੀ ਹੁੰਦਾ ਹੈ? ਇੱਕ ਤਰ੍ਹਾਂ ਦਾ ਸੁਰੱਖਿਆ ਹੋ ਗਿਆ, ਵੀ ਸਾਨੂੰ ਜੋ ਹੈ ਬਚਾ ਕੇ ਰੱਖਦੇ ਹੈ। ਤੇ ਵਾਰਮਥ ਕੀ ਹੁੰਦਾ ਹੈ? ਇੱਕ ਤਰ੍ਹਾਂ ਦਾ ਮਤਲਬ ਜਿਵੇਂ ਸਰਦੀਆਂ ਨੇ, ਠੀਕ ਹੈ, ਸਰਦੀਆਂ ਦੇ ਵਿੱਚ ਸਾਨੂੰ ਪੈਰਾਂ 'ਤੇ ਜੋ ਹੈ ਉਹ ਠੰਡ ਲੱਗਦੀ ਹੈ, ਤੇ ਸਰਦੀਆਂ ਦੇ ਵਿੱਚ ਸਾਨੂੰ ਜੋ ਇਹ ਸ਼ੂਜ਼ ਹੁੰਦੇ ਹੈ ਉਹ ਸਾਨੂੰ ਗਰਮੀ ਦਿੰਦੇ ਹੈ, ਯਾਨੀ ਕਿ ਸਾਡੇ ਪੈਰਾਂ ਨੂੰ ਠੰਡ ਤੋਂ ਬਚਾਉਂਦੇ ਨੇ। ਤਾਂ ਸ਼ੂਜ਼ ਪ੍ਰੋਵਾਈਡ ਅਸ ਪ੍ਰੋਟੈਕਸ਼ਨ ਐਂਡ ਵਾਰਮਥ, ਵੀ ਵਾਰਮਥ ਦਾ ਵੈਸੇ ਮੀਨਿੰਗ ਹੁੰਦਾ ਹੈ ਇੱਕ ਤਰ੍ਹਾਂ ਦੀ ਗਰਮੀ, ਤੇ ਪ੍ਰੋਟੈਕਸ਼ਨ ਦਾ ਮੀਨਿੰਗ ਹੁੰਦਾ ਹੈ ਵੀ ਸੁਰੱਖਿਆ ਜੋ ਹੈ ਦੇਣਾ, ਯਾਨੀ ਕਿ ਬਚਾ ਕੇ ਰੱਖਣਾ। ਤਾਂ ਸ਼ੂਜ਼, ਦੇਖੋ, ਅਗਰ ਅਸੀਂ ਵਿਦਾਊਟ ਸ਼ੂਜ਼ ਮੂਵ ਕਰਾਂਗੇ ਤਾਂ ਰਸਤੇ ਦੇ ਵਿੱਚ ਕੋਈ ਵੀ ਅਗਰ ਚੁੱਭਣ ਵਾਲੀ ਚੀਜ਼ ਹੈ, ਕੋਈ ਕੰਡਾ ਹੈ ਜਾਂ ਕੋਈ ਕਿੱਲ ਹੈ, ਠੀਕ ਹੈ, ਉਹ ਸਾਨੂੰ ਮਤਲਬ ਕਿੱਲ ਯਾਨੀ ਕਿ ਕੋਈ ਸੂਈ ਵਗੈਰਾ ਹੋ ਗਿਆ, ਉਹ ਸਾਡੇ ਮਤਲਬ ਪੈਰਾਂ ਦੇ ਵਿੱਚ ਯਾਨੀ ਕਿ ਫੀਟਸ ਦੇ ਵਿੱਚ ਲੱਗ ਸਕਦਾ ਹੈ। ਤਾਂ ਸ਼ੂਜ਼ ਸਾਨੂੰ ਪ੍ਰੋਟੈਕਸ਼ਨ ਦਿੰਦੇ ਹੈ, ਯਾਨੀ ਕਿ ਸਾਨੂੰ ਬਚਾਉਂਦੇ ਹੈ, ਤੇ ਸਾਨੂੰ ਗਰਮੀ ਜੋ ਹੈ ਉਹ ਦਿੰਦੇ ਹੈ, ਖਾਸ ਤੌਰ 'ਤੇ ਸਰਦੀਆਂ ਦੇ ਵਿੱਚ। ਠੀਕ ਹੈ, ਜਦ ਠੰਡ ਵਾਲਾ ਮੌਸਮ ਹੁੰਦਾ ਹੈ ਤਾਂ ਉਸ ਟਾਈਮ ਸਾਡੇ ਪੈਰਾਂ ਨੂੰ ਠੰਡ ਨਾ ਲੱਗੇ, ਸਾਨੂੰ ਵਾਰਮਥ ਦਿੰਦੇ ਹੈ, ਯਾਨੀ ਕਿ ਗਰਮੀ ਦਿੰਦੇ ਹੈ। ਨੈਕਸਟ ਹੈ ਫਸਟ ਪੇਅਰ ਆਫ ਸ਼ੂਜ਼ ਵਾਜ਼ ਮੇਡ 4000 ਈਅਰਸ ਅਗੋ। 4000 ਸਾਲ ਪਹਿਲਾਂ, 4000 ਸਾਲ ਪਹਿਲਾਂ ਜੋ ਜੁੱਤਿਆਂ ਦਾ ਜੋ ਜੋੜਾ ਹੈ ਉਹ ਬਣਾਇਆ ਗਿਆ ਸੀ ਪਹਿਲਾ। ਠੀਕ ਹੈ, ਜੋ ਪਹਿਲਾ ਜੁੱਤਿਆਂ ਦਾ ਜੋੜਾ ਸੀ ਉਹ 4000 ਸਾਲ ਪਹਿਲਾਂ ਬਣਾਇਆ ਗਿਆ ਸੀ। ਇਸ ਤੋਂ ਇਲਾਵਾ ਹੈ ਐਨ ਐਵਰੇਜ ਪਰਸਨ ਵਾਕਸ 2000 ਮਾਈਲਸ ਆ ਈਅਰ, ਵੀ ਇੱਕ ਜੋ ਬੰਦਾ ਹੁੰਦਾ ਹੈ, ਐਵਰੇਜ ਹੁੰਦਾ ਹੈ ਵੀ ਆਮ ਤੌਰ 'ਤੇ। ਠੀਕ ਹੈ, ਐਵਰੇਜ ਵੈਸੇ ਮੈਥਮੈਟਿਕਸ ਦੇ ਵਿੱਚ ਕੱਢਣ ਦਾ ਇੱਕ ਜੋ ਹੈ ਫਾਰਮੂਲਾ ਹੁੰਦਾ ਹੈ, ਉਹ ਤੁਹਾਨੂੰ ਮੈਂ ਮੈਥਸ ਦੇ ਵਿੱਚ ਕਰਵਾਵਾਂਗਾ। ਬਾਕੀ ਇੱਦਾਂ ਸਮਝ ਲਓ ਵੀ ਜੋ ਇੱਕ ਬੰਦਾ ਹੈ ਉਹ ਇੱਕ ਸਾਲ ਦੇ ਅੰਦਰ 2000 ਮਾਈਲਸ, 2000 ਮਾਈਲਸ ਜੋ ਹੈ ਇੱਕ ਜੋ ਬੰਦਾ ਹੈ ਐਵਰੇਜ ਜੋ ਹੈ ਉਹ ਵਾਕ ਕਰਦਾ ਯਾਨੀ ਕਿ ਚੱਲਦਾ ਹੈ। ਠੀਕ ਹੈ, ਇੱਕ ਸਾਲ ਦੇ ਅੰਦਰ ਇੱਕ ਬੰਦਾ ਜੋ ਹੈ ਔਨ ਐਨ ਐਵਰੇਜ ਉਹ 2000 ਮਾਈਲਸ ਯਾਨੀ ਕਿ 2000 ਮਾਈਲਸ ਉਹ ਜੋ ਹੈ ਵਾਕ ਕਰਦਾ ਹੈ, ਯਾਨੀ ਕਿ ਚੱਲਦਾ ਹੈ।